ਵਾਹਿਗੁਰੂ ਜੀ ਕਾ ਖਾਲਸਾ। ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਹਰ ਮੰਗਲਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ, ਪਾਵਨ ਬਾਣੀ 12 ਮਾਹ ਤੁਖਾਰੀ ਰਾਗ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਰੰਗ 1107 ਤੋਂ ਆਰੰਭ ਹੁੰਦੀ ਹੈ। ਇਹਦੀ ਵਿਚਾਰ ਅਸੀਂ ਲੜੀਵਾਰ ਸ਼ੁਰੂ ਕੀਤੀ ਹੋਈ ਹੈ। ਪਹਿਲੇ 3 ਅੰਕਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ ਦੀ ਵਿਚਾਰ ਚੌਥੇ ਅੰਕ ਤੋਂ ਵਿੱਚ ਹੋਏਗੀ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਨੀ, ਸਾਜਨ ਮਿਲੇ ਸਹਿਜ ਸੁਭਾਏ, ਹਰਸਿਉ ਪ੍ਰੀਤ ਬਣੇ। ਇਹ ਵਿਚਾਰਾਂ ਸਾਡੇ ਨਾਲ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਤੋਂ, ਜੋ ਹਰ ਮੰਗਲਵਾਰ ਇਸ ਬਾਣੀ ਦੀ ਵਿਚਾਰ ਲੜੀਵਾਰ ਸਾਡੇ ਨਾਲ ਕਰਦੇ ਹਨ। ਬੇਨਤੀ ਕਰਾਂਗੇ ਗਿਆਨੀ ਜੀ ਨੂੰ ਅੱਜ ਦੀ ਵਿਚਾਰ ਆਰੰਭ ਕਰਨ, ਮੂਲ ਮੰਤਰ ਦਾ ਜਾਪ ਕਰਨ ਤੇ ਅੱਜ ਦੀ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਤੁਖਾਰੀ ਰਾਗ ਦੇ ਅੰਦਰ ਦਰਜ 12 ਮਾਹ ਦੀ ਬਾਣੀ ਦੀ ਵਿਚਾਰ ਅਸੀਂ ਲਗਾਤਾਰ ਕਰ ਰਹੇ ਹਾਂ, ਜਿਹਦੇ ਵਿੱਚ ਅੱਜ ਚੌਥੇ ਪਦੇ ਦੀ ਅਸੀਂ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਤੀਜੇ ਪਦੇ ਦੇ ਵਿੱਚ ਅਸੀਂ ਇਹ ਵਿਚਾਰ ਕੀਤੀ ਸੀ ਕਿ ਜੇ ਕੋਈ ਜੀਵ ਆਪਣੇ ਪ੍ਰਭੂ ਨੂੰ ਆਵਾਜ਼ ਦਿੰਦਾ ਹੈ ਔਰ ਪ੍ਰਭੂ ਦੇ ਨਾਲ ਜੁੜਦਾ ਹੈ, ਇੱਕ ਘੜੀ ਵੀ ਉਹਦੇ ਤੋਂ ਟੁੱਟਦਾ ਨਹੀਂ ਹੈ, ਭੁੱਲਦਾ ਨਹੀਂ ਹੈ, ਉਹ ਆਪਣੇ ਪ੍ਰਭੂ ਚ ਅਪੀਦ ਹੋ ਜਾਂਦਾ ਹੈ, ਜਿਹਦੇ ਵਿੱਚ ਕਿਵੇਂ ਪੁਕਾਰ ਕਰਨੀ ਹੈ। ਤੂੰ ਸੁਣ ਹਰ ਰਸ ਭਿੰਨੇ, ਪ੍ਰੀਤਮ ਆਪਣੇ, ਮਨ ਤਨ ਰਵ ਤਰਵੰਨੇ, ਘੜੀ ਨਾ ਵਿਸਰੈ। ਤੇ ਉਸ ਪ੍ਰਭੂ ਨੂੰ ਯਾਦ ਕਰਦਿਆਂ ਕਰਦਿਆਂ ਜਿਹੜਾ ਰੱਬੀ ਗੁਣਾਂ ਨੂੰ ਜੀਵਨ ਚ ਧਾਰਨ ਕਰ ਲੈਂਦਾ ਹੈ, ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਦੇ ਗਿਆਨ ਇੰਦਰੇ, ਉਹਦੇ ਕਰਮ ਇੰਦਰੇ ਜਿਹੜੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਨੇ, ਸਫਲ ਹੋ ਜਾਂਦੇ ਨੇ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ। ਉਹ ਲੰਮੀ ਨਜ਼ਰ ਵਾਲਾ ਹੋ ਜਾਂਦਾ ਹੈ, ਦੂਰ ਦੀ ਸੋਚ ਕੇ ਫੈਸਲੇ ਲੈਣ ਵਾਲਾ, ਦੂਰ ਦੀ ਸੋਚਣ ਵਾਲਾ, ਤੇ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ ਹੈ। ਗੁਰ ਸ਼ਬਦੀ ਮਨ ਧੀਰਾ, ਗੁਰੂ ਦੇ ਗਿਆਨ, ਗੁਰੂ ਦੇ ਸ਼ਬਦ, ਗੁਰੂ ਦੀ ਫਿਲਾਸਫੀ ਸਦਕਾ ਉਹਦੇ ਮਨ ਵਿੱਚ ਧੀਰਜ ਟਿਕਾ ਆ ਜਾਂਦਾ ਹੈ। ਇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਅਗਲੇ ਸ਼ਬਦ ਵਿੱਚ ਜਿਹੜੀ ਮਹਿਰਾਮਤ ਸਾਡੇ ਤੇ ਕਰ ਰਹੇ ਹਨ। ਸਭ ਤੋਂ ਪਹਿਲਾਂ ਮੈਂ ਇਸ ਸ਼ਬਦ ਦਾ ਪਾਠ, ਇਹਦਾ ਉਚਾਰਨ ਅਤੇ ਵਿਆਕਰਨਿਕ ਨਿਯਮਾਂ ਬਾਰੇ ਆਪ ਜੀ ਨੂੰ ਸਾਂਝ ਪਾ ਦੇਵਾਂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ, ਹਰਸਿਉ ਪ੍ਰੀਤ ਬਣੀ। ਬਰਸੈ ਇੱਕ ਵਚਨੀ ਕਿਰਿਆ ਹੈ, ਵਰਦੀ ਹੈ ਜਾਂ ਵਸਦੀ ਹੈ। ਅੰਮ੍ਰਿਤ ਧਾਰ, ਇਹ ਜਿਹੜਾ ਇਕੱਠਾ ਸ਼ਬਦ ਚਾਹੀਦਾ ਹੈ, ਅੰਮ੍ਰਿਤ ਅਲੱਗ ਧਾਰ ਅਲੱਗ ਦੀ, ਅਸਲ ਦੇ ਵਿੱਚ ਇਹ ਜੁੜਤ ਪਾਠ ਹੋਣਾ ਚਾਹੀਦਾ ਹੈ। ਅੰਮ੍ਰਿਤ ਧਾਰ ਆਤਮਿਕ ਜ਼ਿੰਦਗੀ ਦੇਣ ਵਾਲੀ ਧਾਰ। ਬੂੰਦ, ਇੱਥੇ ਬੂੰਦ ਬਹੁਵਚਨ ਸ਼ਬਦ ਹੈ, ਬੂੰਦਾਂ। ਹਾਲਾਂਕਿ ਇਸਤਰੀ ਲਿੰਗ ਬੂੰਦ ਵੀ ਜਿਹੜਾ ਦੱਦਾ ਮੁਕਤਾ ਹੀ ਆਏਗਾ, ਪਰ ਇੱਥੇ ਬਹੁਵਚਨ ਬੂੰਦਾਂ ਦੀ ਗੱਲ ਹੈ, ਕਿਉਂਕਿ ਧਾਰਾ ਚੱਲ ਰਹੀ ਹੈ ਔਰ ਇੱਕ ਧਾਰ ਦੇ ਵਿੱਚ ਬਹੁਤ ਸਾਰੀਆਂ ਬੂੰਦਾਂ ਹੁੰਦੀਆਂ ਨੇ। ਧਾਰ ਵੀ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਅੰਮ੍ਰਿਤ ਧਾਰ ਦੇ ਰਾਰੇ ਨੂੰ ਔਂਕੜ ਨਹੀਂ ਹੈ। ਸੁਹਾਵਣੀ ਜਿਹੜਾ ਹੈ, ਉਸ ਅੰਮ੍ਰਿਤ ਧਾਰ ਜਿਹੜੀ ਬੂੰਦ ਹੈ, ਉਹਨਾਂ ਬੂੰਦਾਂ ਉਸ ਅੰਮ੍ਰਿਤ ਧਾਰ ਦਾ ਵਿਸ਼ੇਸ਼ਣ ਹੈ ਸੁਹਾਵਣੀ। ਸਾਜਨ ਮਿਲੇ ਸਹਿਜ ਸੁਭਾਏ, ਹਰਸਿਉ ਪ੍ਰੀਤ ਬਣੀ। ਹਾਂਜੀ,
इस तो अगे आ गए जी, साजन मिले सह सुभाए। सज्जन जी आके मिले, इत्थे आदरवाची शब्द होने करके साजन नन्ना मुक्त आया है, इस करके अगे मिले शब्द आ गया, मिलिया नहीं आया, आदरवाची शब्द यह बन गया। सहज सुभाए, सहज दे जज्जे नूं सियारी है, सहज विच कारकी अर्थ बन जाएगा, अडोलता दे विच। सुभाए मैंने सुभावक की, भाए मैंने प्रेम, सुभाए मैंने शुभ प्रेम दे नाल, भाव प्रेम दे विच, बिल्कुल प्रेम दे विच लीन हो के। हरस्यों प्रीत बड़ी, प्रीत शब्द जिहड़ा है ये इस्त्रीलिंग तत्शब्द शब्द होने करके अपनी मौलिक सियारी नाल लेके आया है। इस करके प्रीत जदों भी गुरबाणी च आएगा तो तेनू सियारी नाल आएगा। बहुत सारे इस्त्रीलिंग तत्शब्द शब्द ने जिहड़े अपनी मौलिक सियारी गुरबाणी च लेके आए ने, जिवें भगत, भगती वास्ते भगत, ज्योति वास्ते जोत, रिद सिद्ध निध, इस तरह के बहुत सारे शब्द ने। हर मंदिर आवे जां प्रभ पावे, तन उबी गुण सहारी, कर कर कंत रवै सोहागण, हों क्यों कंत विसारी। हर मंदिर आवे, इत्थे मंदिर दे रार विसारी, घर की अर्थ बन जाएगा मंदिर विच, आवे एक वचनी क्रिया आउंदा है, जां प्रभ भावे, इत्थे जां नासकी उच्चारण होएगा, भाव जदों, प्रभ भावे प्रभु नूं, इत्थे फिर लुप्त संबंध होने करके भब्बा मुक्ता आ गया। भावे एक वचनी क्रिया है, धन ऊ भी गुण सारी, इत्थे धन का मतलब है जीव इस्त्री, इस करके नन्ना इत्थे मुक्ता आया। जिथे धनता योग की गल आएगी उत्थे हमेशा नन्ने नूं औंकड़ नाल आएगी, जिथे इस्त्री वास्ते आएगा उत्थे धन नन्ना मुक्ता आएगा। गुण सारी, इत्थे गुण नाना मुक्ता है, इसका मतलब बहुते गुणों की गल है, सारी मैंने संभाल दी है। घर कर कंत रवै सोहागण, घर दे रारे नूं सियारी है, घर घर भाव घर घर विच, इहदा अर्थ है हरेक घर विच, हरेक हिरदे दे विच। कंत, कंत जिहड़ा एक वचन पुलिंग प्रभु वास्ते शब्द आया है, इस करके तत्ते नूं औंकड़ आ गई। एक पति कंत, रवै, रवै मैंने रवदा है, इत्थे भी यह एक वचनी क्रिया है, भाव रंग माणदा है। सुहागण, सुहागण ते राणी दी सियारी जिहड़ी है ये मौलिक सियारी है, ये अपनी भाषा तो यह शब्द सियारी नाल लैके आया है, इनू इस्त्रीलिंग तत्सम शब्द आखदे ने। इदां दे इस्त्रीलिंग शब्द गुरबाणी च बहुत ने, सुहागण है, दुहागण जां परदेसन, सांपन, इस तरह के मालन, बहुत सारे शब्द ने। हों क्यों कंत विसारी, इत्थे कंत दे तत्ते नूं आ गई सियारी, कंत ने, इत्थे अगे कार की अर्थ बन जाएगा। ऊनव कन छाए, अगला वचन, ऊनव कन छाए बरस सुभाए, मन तन प्रेम सुखावे, नानक वरसै अमृत बाणी, कर कृपा कर आवे। ऊनव कन छाए, ऊनव भाव निव निव के, लिफ के, हेठा आके, इस करके इत्थे ऊनव दे वावे नूं सियारी आ गई। अगे के शब्द इहदा अर्थ आएगा, इनू कहंदे ने पूर्व पूर्ण कारदंतक। पूर्व मैंने पहला, पूर्ण मैंने कंप्लीट, जिहड़ा पहला काम कंप्लीट करना होवे उन्होंने कहते हैं पूर्व पूर्ण कारदंतक। इस तरह के शब्द गुरबाणी च बहुत आते हैं, जो इक्को तुक दे विच दो क्रियावां इकट्ठियां आ जाण, दो वर्ब्स इक्को तुक विच इकट्ठे आ जाण, ते जिहड़ा पहली क्रिया हुंदी करन वाली उहदे आखिरी अखर नूं सियारी लग जाती है। उदाहरण के तौर पर मैं ये कहां कि मैं इशनान करके भोजन छकांगा, हुण इहदे च दो क्रियावां ने, इशनान करना ते भोजन छकना। इस करके जी पहली क्रिया हैगी इशनान करना, इशनान करके उत्थे लग जाएगा के, वो पहली क्रिया हैगी है। मैं गुरुद्वारे जाके कथा करांगा, हुण दो काम ने, गुरुद्वारे जाना ते कथा करनी, दो क्रियावां ने, पर जी पहली क्रिया करनी है गुरुद्वारे जाके। इस करके पूर्व, पूर्व मैंने पहली, पूर्ण मैंने कंप्लीट, जी पहली क्रिया पूरी होएगी उन्होंने कहते हैं पूर्व पूर्ण कारदंतक। ते इसे करके गुरबाणी विच के शब्द बहुत घट आया, बल्कि शायद आया ही नहीं है, ਉਹਦੀ ਥਾਂ ਤੇ ਸਿਆਰੀ ਦੀ ਵਰਤੋਂ ਹੋ ਗਈ। ਜਿਵੇਂ ਸੁਣ ਵੱਡਾ ਆਖੈ ਸਭ ਕੋਈ, ਸੁਣਨਾ ਤੇ ਆਖਣਾ दो क्रियावां ने।
सुन के नाने नूं उत्थे आ गई सियारी। कूड़ बोल करें आहार, कूड़ दे डाड़े नूं आ गई सियारी, बोल दे लले नूं आ गई सियारी। कूड़ बोल के, इत्थे कूड़ दे डाड़े नूं आ गई औंकड़, बोल दे लले नूं आ गई सियारी। बोलना क्रिया है, बोल के, झूठ बोल के करें आहार, भाव झूठ बोल के रोटी खांदे ने। डर डर पचे मनमुख विचारे, उत्थे डर दे डारे नूं सियारी, डर डर के पचे अगली क्रिया आ गई। इसे तरह उन्नव निम निम के घन छाए, घन छाए मैंने बदल जड़े ने वो आ गए। उन्होंने की कीता, अगली क्रिया आ गई बरस सुभाए। बरस मैंने वरसना। हुण इत्थे बरस जिहड़ा क्रिया वो है जिहदे च हुक्मी भुगत मध्यम पुरख एक वचनी क्रिया, भाव तू बरस। पूनम क्रिया है, घन छाए फिर क्रिया है, दो क्रियावां ते आ गईयां। अगली क्रिया जड़ी है हुक्मी भविष्ठ काल दी है, बरस भाव तू बरस। इस करके बरस दे सस्से नूं औंकड़ आ गई। मन तन प्रेम सुखावे, मन दे नन्ने नूं सियारी, तन दे नन्ने नूं सियारी। ये दोनों पुलिंग शब्द, इहदा मतलब जे आखिरी अखर नूं सियारी आई है ते इहदे अगे कारकी अर्थ निकलणगे, भाव मन विच तन विच। प्रेम, प्रेम एक वचन पुलिंग है, इस करके मम्मे नूं औंकड़ आ गई। सुखावे एक वचनी क्रिया, आखिरी अखर नूं दुलावां आ गईयां, सुख देंदा है। नानक इत्थे रुकना हैगा क्योंकि सबोधन है, हे नानक वरस है अमृत बाणी। हुण इत्थे भी अमृत बाणी इकट्ठा चाहिदा है, पदछेद नहीं चाहिदा। अमृत बाणी इकट्ठा शब्द, वरस है मैंने वरस वसदा है, कर किरपा घर आवे। इत्थे कर किरपा भाव किरपा करके, इस करके कर दे लाड़े नूं आ गई सियारी करके। किरपा करनी एक क्रिया की करना, आना दूजी क्रिया है घर आवे। घर राड़े नूं आ गई सियारी, घर विच हिरदे विच। आवे एक वचनी क्रिया हैगी है, आवे मैंने आउंदा है। इस तो बाद हुण असीं इस शब्द की संखेप जी विचार कर लैंदे हां। सतगुरु गुरु नानक साहब जी ने अज महरामत की कि जदों कोई सचमुच गुरु शब्द नाल जुड़दा है ना, जिवें पिछली लड़ी चल रही है, नानक दृष्ट दीर्घ सुख पावे, गुरु शब्दी मन धीरा। गुरु दे शब्द राहीं गुरु दा ज्ञान लैके मन धीरा, मैंने मन दे विच धीरज पैदा हो जाता है। और जदों मन विच धीरज पैदा हुंदा है, फिर की हुंदा है, जदों गुरु दा शब्द वसदा ते की हुंदा है, जदों गुरु दा शब्द वसदा है उदों जीवन जिहड़ा है गुणां नाल भरपूर हो जाता है। अगले वचन, बरसै अमृत धार बूंद सुहावनी। बरसै मैंने बदल वसदा है, मीह पैंदा है। उस बदल वसन दे नाल की हुंदा है, अमृत धार, वो जिहड़ी अमृत धारा वसदी है, बूंद बूंदा नाल भरी हुई, सुहावनी सोहनी लगदी है। भाव वो जिहड़ी अमृत दी धारा है, अमृत मैंने आत्मिक जिंदगी देने वाली बूंदां दी धारा, वो वसदी है। ते अमृत दी किहड़ी धारा है, वो है रब्बी सिफत सलाह दे गुण, प्रभु दीयां वडियाइयां, प्रभु दा नाम, प्रभु दी सिफत। प्रभु दी सिफत सलाह दी जिहड़ी सोहनी धार है, भाव वो बूंदा जिहदे विच अनेकां ही रब दे गुण ने, वो धारा जिहदे विच अनेकां बूंदां ने। रब्बी सिफत सलाह दी वो धार जिहदे विच अनेकां ही रब्बी गुण ने। रब्बी गुणां दी वरखा हो रही है, इहदा अर्थ बनेगा रब्बी गुणां दी हुण वरखा होण लग पई। प्रभु की सिफत सलाह की वरखा हुई, इन्नी वरखा हुई कि वो सारियां बूंदा मिल के मानो एक अमृत की धारा बन गई। दो तरह का मीह हुंदा है, एक हुंदी है चिमचमी बरसात, एक हुंदा तेज छराटेदार मीह। जो चिमचमा मीह वसदा है ना, उदों घरां दीयां छत्तां दे उपर जम्मी हुई मिट्टी, उहदे विच एक एक बूंद धसदी चली जाती है। जो निम्मा निम्मा मीह पैंदा है, जिन्हों असीं कणी कणी का मीह कहने आ। जिन्नियां दीवारां ने, जिन्ने फर्श ने, जिन्ने दरख्त, उन्हां दे पत्तियां उपर जम्मी हुई मैल मिट्टी, ਉਹਦੇ ਵਿੱਚ ਇਹ ਕਣੀਆਂ ਤਸਦੀਆਂ ਚਲੀਆਂ ਜਾਂਦੀਆਂ ਨੇ। ਝਿਮਝਿਮੀ ਬਰਸਾਤ, ਨਿੰਮਾ ਨਿੰਮਾ ਮੀਂਹ ਜਿਹੜਾ ਉਹ ਹਰ ਮੈਲ ਦੇ ਅੰਦਰ ਮਿੱਟੀ ਦੇ ਵਿੱਚ ਡੂੰਘਾ ਤਸਦਾ ਚਲਾ ਜਾਂਦਾ ਹੈ। ਝਿਮਝਿਮਾ ਮੀਂਹ ਪਵੇ, ਝਿਮਝਿਮੀ ਬਰਸਾਤ ਹੋਵੇ, ਛੱਤਾਂ, ਦੀਵਾਰਾਂ, ਫਰਸ਼ਾਂ, ਰੁੱਖਾਂ ਦੇ ਉੱਪਰ ਜੰਮੀ ਹੋਈ ਮੈਲ ਜਿਹੜੀ ਉਗਲ ਹੁੰਦੀ ਹੈ, ਉਹਦੇ ਚ ਪਾਣੀ ਰਮ ਜਾਂਦਾ ਹੈ
ਤੇ ਉਸ ਮੈਲ ਨੂੰ ਉਗਾਲ ਦਿੰਦਾ ਹੈ, ਨਰਮ ਪੈ ਜਾਂਦੀ ਹੈ ਉਹ ਮੈਲ। ਤੇ ਜਦੋਂ ਉਹਦੇ ਤੋਂ ਬਾਅਦ ਤੇਜ਼ ਛਰਾਟੇਦਾਰ ਮੀਂਹ ਪੈ ਜਾਏ, ਤੇ ਤੇਜ਼ ਛਰਾਟੇਦਾਰ ਮੀਂਹ ਕੀ ਕਰਦਾ ਹੈ, ਉਗਲੀ ਹੋਈ ਮੈਲ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਛੱਤਾਂ ਨੂੰ ਧੋ ਦਿੰਦਾ ਹੈ, ਦੀਵਾਰਾਂ ਨੂੰ ਧੋ ਦਿੰਦਾ ਹੈ, ਫਰਸ਼ ਨੂੰ ਧੋ ਦਿੰਦਾ ਹੈ, ਰੁੱਖਾਂ ਦਰਖਤਾਂ ਨੂੰ, ਜੰਗਲਾਂ ਨੂੰ ਧੋ ਦਿੰਦਾ ਹੈ, ਪਹਾੜਾਂ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਤੇਜ਼ ਛਰਾਟੇਦਾਰ ਮੀਂਹ ਉਗਲੀ ਹੋਈ ਮੈਲ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਗੁਰਮਤਿ ਦੇ ਵਿੱਚ, ਗੁਰਬਾਣੀ ਵਿੱਚ ਵੀ ਦੋ ਤਰ੍ਹਾਂ ਦਾ ਅੰਮ੍ਰਿਤ ਵਰਖਾ ਹੈ, ਅੰਮ੍ਰਿਤ ਦਾ ਮੀਂਹ ਹੈ। ਇੱਕ ਹੈ ਚਿਮਚਿਮੀ ਬਰਸਾਤ। ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਇੱਕ ਚਿਮਚਿਮੀ ਬਰਸਾਤ ਹੈ, ਮਾਨੋ ਜਿਵੇਂ ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ। ਆਮ ਕਰਕੇ ਸਾਡੇ ਗੁਰਦੁਆਰਿਆਂ ਦੀ ਇਹ ਰੂਟੀਨ ਹੈ, ਪਾਠ, ਫਿਰ ਕੀਰਤਨ, ਫਿਰ ਕਥਾ। ਕੀਰਤਨ ਜਿਹੜਾ ਹੈ ਉਹ ਚਿਮਚਿਮੀ ਬਰਸਾਤ ਹੈ। ਸ਼ਬਦ ਇੱਕ ਇੱਕ ਬੂੰਦ ਸਾਡੇ ਅੰਦਰ ਧਸਦਾ ਚਲਾ ਜਾਂਦਾ ਹੈ। ਸ਼ਬਦ ਇੱਕ ਇੱਕ ਬੂੰਦ ਸਾਡੇ ਅੰਦਰ ਧਸਦੀ ਚਲੀ ਜਾਂਦੀ ਹੈ। ਸੰਗੀਤ ਦਾ ਮਤਲਬ ਸਾਜ਼ਾਂ ਦੇ ਨਾਲ ਰਲਿਆ ਹੋਇਆ ਗੀਤ। ਸੰਗ ਮੈਨੇ ਸਾਜ਼, ਇੰਸਟਰੂਮੈਂਟਸ ਪਲੱਸ ਗੀਤ। ਜਿੱਥੇ ਸਾਜ਼ ਵੀ ਵੱਜਦੇ ਹੋਣ, ਗੀਤ ਵੀ ਚੱਲ ਰਿਹਾ ਹੋਵੇ, ਉਹਨੂੰ ਕਹਿੰਦੇ ਨੇ ਸੰਗੀਤ। ਗੁਰਬਾਣੀ ਦੇ ਵਿੱਚ ਅਸੀਂ ਗੁਰਮਤਿ ਸੰਗੀਤ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ ਗੀਤ ਗੁਰੂ ਦੇ ਨੇ, ਰੱਬ ਦੇ ਨੇ, ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਨੇ। ਇਸ ਕਰਕੇ ਗੁਰਮਤਿ ਸੰਗੀਤ, ਜਦੋਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਜ਼ਾਂ ਦੇ ਵਿੱਚ, ਰਾਗਾਂ ਵਿੱਚ ਮਿਲ ਕੇ ਅੰਦਰ ਧਸਦਾ ਚਲਾ ਜਾਂਦਾ ਹੈ, ਸਾਡਾ ਸਖਤ ਤੋਂ ਸਖਤ ਮਨ ਜਿਹੜਾ ਹੈ ਉਹ ਦਰਬ ਜਾਂਦਾ ਹੈ। ਕੀਰਤਨ ਸੁਣ ਕੇ ਸਾਡੇ ਮਨ ਦੇ ਵਿੱਚ ਕੋਮਲਤਾ ਆ ਜਾਂਦੀ ਹੈ। ਰਾਗਾਂ ਦੇ ਵਿੱਚ ਚੱਲ ਰਹੀ ਹੀ ਬਾਣੀ ਨੂੰ ਸੁਣ ਕੇ ਸਾਡਾ ਪੱਥਰ ਵਰਗਾ ਮਨ ਉਹ ਦਰਵਿਤ ਹੋ ਜਾਂਦਾ ਹੈ, ਪਿਘਲ ਜਾਂਦਾ ਹੈ, ਉਗਲ ਜਾਂਦਾ ਹੈ। ਸਖਤ ਪਾਪਾਂ ਦੀ ਜੰਮੀ ਹੋਈ ਮੈਲ ਜਿਹੜੀ ਹੈ ਉਹ ਉਗਲ ਜਾਂਦੀ ਹੈ। ਇਸ ਕਰਕੇ ਗੁਰਬਾਣੀ ਦਾ ਕੀਰਤਨ ਸੁਣਿਆ ਮਨ ਟਿਕਦਾ ਹੈ। ਗੁਰਬਾਣੀ ਦਾ ਕੀਰਤਨ ਸੁਣ ਕੇ, ਰਾਗਾਂ ਦੇ ਵਿੱਚ ਕੀਰਤਨ ਨੂੰ ਸੁਣ ਕੇ ਪੱਥਰ ਦਿਲ, ਪੱਥਰ ਮਨ ਵੀ ਜਿਹੜੇ ਨੇ ਉਹ ਨਰਮ ਪੈ ਜਾਂਦੇ ਨੇ, ਦਇਆਵਾਨ ਹੋ ਜਾਂਦੇ ਨੇ, ਮਨ ਦਰਵਿਤ ਹੋ ਜਾਂਦਾ ਹੈ। ਮਨ ਪਾਪਾਂ ਦੀ ਮੈਲ ਉਗਲ ਗਈ। ਉਸ ਤੋਂ ਬਾਅਦ ਤੇਜ਼ ਛਰਾਟੇਦਾਰ ਮੀਂਹ, ਉਹ ਤੇਜ਼ ਛਰਾਟੇਦਾਰ ਮੀਂਹ ਹੈ ਕਥਾ। ਜਦੋਂ ਕਥਾ ਦਾ ਤੇਜ਼ ਛਰਾਟੇਦਾਰ ਮੀਂਹ ਪੈਂਦਾ ਹੈ, ਗੁਰਬਾਣੀ ਦੀ ਤਿੱਖੀ ਵਿਚਾਰ ਸਾਡੇ ਮਨ ਨੂੰ ਮੂੰਹ ਤੇ ਚਪੇੜਾ ਮਾਰਦੀ ਹੈ, ਸਾਡੇ ਮਨ ਉੱਪਰ ਚੋਟ ਕਰਦੀ ਹੈ। ਉਹ ਜਿਹੜਾ ਉਗਲੀ ਹੋਈ ਮੈਲ ਹੈ ਫਿਰ ਉਹ ਧੋਤੀ ਜਾਂਦੀ, ਸਾਫ਼ ਹੋ ਜਾਂਦੀ ਹੈ। ਜਿਹਨੂੰ ਗੁਰੂ ਜੀ ਨੇ ਬਾਣੀ 'ਚ ਬਚਨ ਕੀਤਾ, ਗੁਣ ਗਾਵਤ ਮਨ ਹਰਿਆ ਹੋ ਗਏ। ਜਦੋਂ ਗੁਣਾਂ ਦਾ ਗਾਇਨ ਕੀਤਾ, ਗਾਇਨ ਕੀਤਿਆਂ ਮਨ ਹਰਿਆ ਹੋ ਗਿਆ, ਮਨ ਉਗਲ ਗਿਆ, ਪਾਪਾਂ ਦੀ ਮੈਲ ਉਗਲ ਗਈ, ਦਰਵਿਤ ਹੋ ਗਿਆ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਜਦੋਂ ਕਥਾ ਸੁਣੀ, ਉਹ ਤੇਜ਼ ਛਰਾਟੇਦਾਰ ਮੀਂਹ ਜਿਹਨੇ ਸਾਰੀ ਮੈਲ ਧੋ ਕੇ ਸਾਫ਼ ਕਰ ਦਿੱਤੀ। ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਜਿਵੇਂ ਹੁਣ ਵੀ ਕਲਾਸ ਲੱਗੀ ਹੈ, ਗੁਰਬਾਣੀ ਦੀ ਵਰਖਾ ਹੋ ਰਹੀ ਹੈ। ਇਸ ਵਰਖਾ ਦੇ ਵਿੱਚ ਜਿਹੜਾ ਭਿੱਜ ਜਾਂਦਾ ਹੈ, ਉਹਦੀ ਮੈਲ ਉਗਲ ਜਾਂਦੀ ਹੈ, ਉਹ ਧੋਤਾ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਪ੍ਰਭੂ ਦੀ ਸਿਫਤ ਸਲਾਹ ਦੀ ਅੰਮ੍ਰਿਤ ਧਾਰਾ ਵਹਿ ਰਹੀ ਹੈ, ਵਰਖਾ ਹੋ ਰਹੀ ਹੈ। ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਬੂੰਦਾਂ ਨੇ, ਅੰਤ ਨਹੀਂ, ਕਿੰਨੇ ਹੀ ਗੁਣ ਨੇ ਰੱਬ ਦੇ। ਰੱਬੀ ਅੰਮ੍ਰਿਤ ਧਾਰ ਦੇ ਵਿੱਚ ਕਿੰਨੇ ਗੁਣ ਨੇ, ਸੱਚ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਗਿਆਨ, ਕਿੰਨੇ ਗੁਣ ਨੇ। ਪਰ ਬਦਕਿਸਮਤੀ ਇਹ ਕਿ ਅਸੀਂ ਭਿੱਜਣਾ ਨਹੀਂ ਚਾਹੁੰਦੇ, ਅਸੀਂ ਬਚਣਾ ਚਾਹੁੰਦੇ ਹਾਂ। ਅਸੀਂ ਭਿੱਜਦੇ ਨਹੀਂ ਹਾਂ, ਕਿਉਂਕਿ ਮਨ ਜਿਹੜਾ ਹੈ ਉਹਨੂੰ ਅਸੀਂ ਢੱਕ ਲਿਆ। ਮਨ ਦੇ ਉੱਪਰ ਸ਼ਬਦ ਦੀ ਅੰਮ੍ਰਿਤ ਧਾਰ ਪੈਣ ਨਹੀਂ ਦਿੱਤੀ। ਮਨ ਸੁੱਕਾ ਰਹਿ ਗਿਆ, ਮਨ ਭਿੱਜਿਆ ਨਹੀਂ, ਮਨ ਗਿੱਲਾ ਹੋਇਆ ਨਹੀਂ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ। ਕਹਿਣ ਲੱਗੇ ਜਦੋਂ ਅੰਮ੍ਰਿਤ ਦੀ ਵਰਖਾ ਵਸਦੀ ਹੈ, ਉਦੋਂ ਗੁਣਾਂ ਦੀਆਂ ਬੂੰਦਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ। ਅੰਮ੍ਰਿਤ ਦੀ ਧਾਰ ਬੜੀ ਸੋਹਣੀ ਲੱਗਦੀ ਹੈ। ਇਹ ਜਿਹੜੀ ਅੰਮ੍ਰਿਤ ਦੀ ਧਾਰ, ਗੁਣਾਂ ਦੀ ਵਰਖਾ ਜਿਹੜੀ ਹੈ, ਇਹ ਮਨ ਨੂੰ ਅੰਦਰ ਰਚਦੀ ਚਲੀ ਜਾਂਦੀ ਹੈ। ਪਰ ਲੋਕ ਭਿੱਜਣ ਤੋਂ ਬਚਣਾ ਚਾਹੁੰਦੇ ਨੇ। ਆਦਮੀ ਛਤਰੀ ਲੈ ਕੇ ਜਾ ਰਿਹਾ ਹੈ, ਨਾਲ ਉਹਦੀ ਛੋਟੀ ਬੱਚੀ ਹੈ, ਉਹਨੇ ਬੱਚੀ ਨੂੰ ਨਾਲ ਲਿਆ ਹੋਇਆ ਕਿ ਤੇਰੇ ਉੱਪਰ ਮੀਂਹ ਨਾ ਪੈ ਜਾਏ। ਛਤਰੀ ਤਾਣੀ ਹੋਈ ਉਸ ਆਦਮੀ ਨੇ ਆਪਣੇ ਉੱਪਰ, ਮੇਰੇ ਤੇ ਮੀਂਹ ਨਾ ਪੈ ਜਾਏ, ਮੇਰੀ ਬੱਚੀ ਤੇ ਮੀਂਹ ਨਾ ਪੈ ਜਾਏ। ਤੇ ਉਹ ਛੋਟੀ ਬੱਚੀ ਕੀ ਕਰਦੀ ਹੈ? ਉਹ ਛੋਟੀ ਬੱਚੀ ਹੱਥ ਬਾਹਰ ਕੱਢ ਕੇ ਉਹ ਮੀਂਹ ਦੀਆਂ ਕਣੀਆਂ ਨੂੰ ਆਪਣੇ ਹੱਥ ਤੇ ਲੈਂਦੀ ਹੈ। ਪਿਤਾ ਫਿਰ ਹੱਥ ਅੰਦਰ ਕਰ ਦਿੰਦਾ, ਫਿਰ ਬਾਹਰ ਹੱਥ ਕਰ ਦਿੰਦੀ ਹੈ। ਉਹ ਇੰਜੋਏ ਕਰਦੀ ਹੈ ਮੀਂਹ ਨੂੰ, ਉਹ ਆਨੰਦ ਮਾਣਦੀ ਹੈ ਮੀਂਹ ਦਾ। ਪਰ ਆਦਮੀ ਜਿਹੜਾ ਉਹਦੀ ਬਾਂਹ ਫਿਰ ਅੰਦਰ ਕਰ ਦਿੰਦਾ।
उस तो बाद मींह रुक गया। हुण बच्ची बार-बार पुछदी है, पापा दोबारा मींह कदों पएगा, दोबारा बरसात कदों होएगी, कदों दोबारा बरसात होएगी, मैं फिर मींह दे विच नहाना चाहनी हां, मैं फिर मींह च जाना चाहनी हां, मींह नूं मारना चाहनी हां, दोबारा मींह कदों पएगा। ਉਹ बार-बार पुछदी है। ਸਾਡੀ ਹਾਲਤ ਗੁਰਬਾਣੀ ਦੀ ਵਰਖਾ ਹੁੰਦੀ, ਅਸੀਂ ਛਤਰੀ ਲੈ ਲੈਂਦੇ ਆ ਕਿਤੇ ਅਸੀਂ ਬਾਣੀ ਦੇ ਵਿੱਚ ਭਿੱਜ ਨਾ ਜਾਈਏ। ਪਰ ਵਿਰਲੇ ਹੁੰਦੇ ਨੇ ਜਿਹੜੇ ਉਸ ਬੱਚੇ ਦੀ ਤਰ੍ਹਾਂ ਗੁਰਬਾਣੀ ਦੇ ਇਸ ਵਰਖਾ 'ਚ ਭਿੱਜ ਜਾਂਦੇ ਨੇ। ਜਿਹੜੇ ਛਾਤਾ ਲੈ ਲੈਂਦੇ ਨੇ ਹੰਕਾਰ ਦਾ, ਉਹ ਸੁੱਕੇ ਰਹਿ ਜਾਂਦੇ ਨੇ। ਮੀਂਹ ਤੇ ਪੈ ਰਿਹਾ, ਜਿਨ੍ਹਾਂ ਦੇ ਭਾਂਡੇ ਪੁੱਠੇ ਨੇ ਉਹਨਾਂ ਦੇ ਭਾਂਡੇ ਖਾਲੀ ਰਹਿ ਜਾਂਦੇ ਨੇ, ਜਾਂ ਜਿਨ੍ਹਾਂ ਦੇ ਭਾਂਡੇ ਵਿੱਚ ਛੇਕ ਹੈ ਉਹਨਾਂ ਵਿੱਚੋਂ ਉਹ ਅੰਮ੍ਰਿਤ ਵਰਖਾ ਗਿਰ ਜਾਂਦੀ ਹੈ। पर गुरु जी आखदे ने कि रब्बी अमृत दी वर्खा ते हो ही रही है, बरसै अमृत धार बूंद सुहावनी। रब्बी गुणा दी, रब्बी सिफत सलाह दी अमृत धारा बह रही है, बरस रही है। रब्बी गुणा दी बूंदां बरस रही ने, ये अमृत दी धार बड़ी सोहनी लग रही है, वर्खा हो रही है। जिहड़ी सी शब्द दी विचार कर रहे, वर्खा हो रही है। ते जिहड़ा इस वर्खा नूं एक्सेप्ट कर लैंदा है, आम तौर पर ਅਸੀਂ ਇਨਕਾਰੀ ਹੋ ਜਾਂਦੇ ਹਾਂ ਇਸ ਵਰਖਾ ਤੋਂ। ਅਸੀਂ ਕਹਿੰਦੇ ਜੀ ਗੁਰੂ ਦੀ ਕਿਰਪਾ ਹੋਈ ਨਹੀਂ ਜੀ, ਕਿਰਪਾ ਹੋ ਜਾਏਗੀ ਤੇ ਜ਼ਿੰਦਗੀ ਬਦਲ ਜਾਏਗੀ। ਗੁਰੂ ਦੀ ਕਿਰਪਾ ਦੀ ਬਰਸਾਤ ਤੇ ਹੋ ਰਹੀ ਹੈ, ਸ਼ਬਦ ਦੀ ਵਰਖਾ ਤੇ ਹੋ ਰਹੀ ਹੈ, ਪਰ ਅਸੀਂ ਇਨਕਾਰੀ ਹੋ ਗਏ, ਅਸੀਂ ਵਰਖਾ ਨਹੀਂ ਲੈਣੀ। ਉਦਾਹਰਨ ਦੇ ਤੌਰ ਤੇ ਗੁਰੂ ਜੀ ਨੇ ਕਿਹਾ, ਨਾਨਕ ਫਿੱਕੇ ਬੋਲੇ ਹੈ ਤਨ ਮਨ ਫਿੱਕਾ ਹੋਏ। ਫਿੱਕਾ ਬੋਲੋਗੇ ਤੁਸੀਂ ਫਿੱਕੇ ਹੋ ਜਾਓਗੇ, ਰੁੱਖੇ ਹੋ ਜਾਓਗੇ। ਇਸ ਕਰਕੇ ਮਿੱਠਾ ਬੋਲੋ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ ਬੋਲੋਗੇ, ਗੰਢ ਪਈ ਰਹੇਗੀ। ਰੱਬ ਨਾਲ, ਰੱਬ ਦੇ ਸੰਸਾਰ ਨਾਲ, ਜੀਵਾਂ ਨਾਲ, ਸਮਾਜ ਨਾਲ ਗੰਢ ਬਣੀ ਰਹੇਗੀ, ਮਿੱਤਰਤਾ ਬਣੀ ਰਹੇਗੀ, ਮਿਲਵਰਤਨ ਬਣਿਆ ਰਹੇਗਾ। ਗੁਰੂ ਨੇ ਤੇ ਵਰਖਾ ਕਰ ਦਿੱਤੀ, ਪਰ ਅਸੀਂ ਕੀ ਕਿਹਾ? ਸਤਿਗੁਰੂ ਸਾਨੂੰ ਵਰਖਾ ਨਹੀਂ ਚਾਹੀਦੀ, ਅਸੀਂ ਭਿੱਜਣਾ ਨਹੀਂ ਚਾਹੁੰਦੇ, ਅਸੀਂ ਗੁਰੂ ਦੀ ਕਿਰਪਾ ਦੀ ਵਰਖਾ ਤੋਂ ਇਨਕਾਰੀ ਹੋ ਗਏ। ਅਸੀਂ ਤੇ ਫਿੱਕਾ ਹੀ ਬੋਲਣਾ, ਅਸੀਂ ਨਹੀਂ ਮਿੱਠਾ ਬੋਲਣਾ। ਹੁਣ ਇਹਦੇ ਚ ਗੁਰੂ ਦਾ ਦੋਸ਼ ਤੇ ਕੋਈ ਹੈ ਨਾ, ਗੁਰੂ ਦਾ ਦੋਸ਼ ਤੇ ਕੋਈ ਨਹੀਂ ਰਿਹਾ ਨਾ। कबीर साचा सतगुर क्या करे, जो सिखा में चूक, अंधे एक ना ला गई, जो बांस बजाइए फूक। गुरु का दोष नहीं, दोष ते साडा है। ਅਸੀਂ ਕਿਰਪਾ ਦੀ ਵਰਖਾ ਲੈਣੀ ਨਹੀਂ ਚਾਹੁੰਦੇ, ਅਸੀਂ ਇਨਕਾਰੀ ਹੋ ਜਾਂਦੇ, ਅਸੀਂ ਫਿੱਕਾ ਹੀ ਬੋਲਣਾ, ਅਸੀਂ ਮਿੱਠਾ ਨਹੀਂ ਬੋਲਣਾ। ਪਰ ਜਿਹੜੇ ਇਸ ਵਰਖਾ 'ਚ ਭਿੱਜ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ? ਸਾਜਨ ਮਿਲੇ ਸਹਿਜ ਸੁਭਾਏ, ਹਰਸਿਓ ਪ੍ਰੀਤ ਬਣੀ। साजन मिले सहज सुभाए। साजन मैंने रब सज्जन जी मिले। हुण सज्जन जी क्योंकि बहुवचनी रूप च आ गया, सत्कारत शब्द आ गया, इस करके सज्जन दे इत्थे नन्ने नूं औंकड़ नहीं आई। साजन मिले भाव सज्जन जी मिल गए, प्रीतम जी मिल गए। किवें मिल गए? सहज सुभाए। सहज दे जज नूं आ गई सियारी। सहज विच, अडोलता विच टिक के, ਜਦੋਂ ਵਿਕਾਰਾਂ ਵੱਲੋਂ ਅਡੋਲ ਹੋ ਗਏ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲੋਂ ਅਡੋਲ ਹੋ ਗਏ, ਜਦੋਂ ਸੁੱਖ ਦੁੱਖ ਵੱਲੋਂ ਅਡੋਲ ਹੋ ਗਏ, ਜਦੋਂ ਖੁਸ਼ੀ ਗਮੀ ਵੱਲੋਂ ਅਡੋਲ ਹੋ ਗਏ, ਜਦੋਂ ਚਿੰਤਾ ਫਿਕਰਾਂ ਵੱਲੋਂ ਤੇ ਖੇੜੇ ਵੱਲੋਂ, ਜਿਸ ਚਿੰਤਾ ਫਿਕਰਾਂ ਵੱਲੋਂ ਅਡੋਲ ਹੋ ਗਏ, ਜਦੋਂ ਅਮੀਰੀ ਗਰੀਬੀ ਵੱਲੋਂ, ਮਾਨ ਅਪਮਾਨ ਵੱਲੋਂ ਅਡੋਲ ਹੋ ਗਏ, ਸਹਿਜ ਵਿੱਚ ਆ ਗਏ, ਜਦੋਂ ਵਿਕਾਰਾਂ ਵੱਲੋਂ ਅਡੋਲ ਹੋ ਗਏ। ਭਾਵ ਹੁਣ ਜਿੱਥੇ ਗੁਣ ਆ ਜਾਂਦੇ ਨੇ, ਗੁਣਾਂ ਦੀ ਵਰਖਾ ਹੋ ਜਾਂਦੀ ਹੈ, ਉੱਥੇ ਔਗਣ ਆਉਂਦੇ ਹੀ ਨਹੀਂ, ਉੱਥੇ ਔਗਣਾਂ ਵੱਲੋਂ ਅਡੋਲ ਹੋ ਗਏ। ਅੰਮ੍ਰਿਤ ਦੀ ਧਾਰ ਬੜੀਆਂ ਬੂੰਦਾਂ ਦੇ ਨਾਲ ਮਿਲ ਕੇ ਬਣਦੀ ਹੈ, ਇੱਕ ਬੂੰਦ ਨਾਲ ਅੰਮ੍ਰਿਤ ਦੀ ਧਾਰ ਨਹੀਂ ਬਣਦੀ। ਅਣਗਿਣਤ ਬੇਅੰਤ ਬੂੰਦਾਂ ਮਿਲਦੀਆਂ ਨੇ ਤਾਂ ਜਾ ਕੇ ਇੱਕ ਅੰਮ੍ਰਿਤ ਧਾਰ ਬਣਦੀ ਹੈ। ਤੇ ਕਿੰਨੀਆਂ ਬੂੰਦਾਂ ਸਨ ਰੱਬੀ ਗੁਣਾਂ ਦੀਆਂ? ਸੱਚ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ज्ञान है, वैराग है, निर्वैरता है, निरपैता है, प्रेम है, सच्चाई है। कितने गुण ने? जिहदे गुणां दी धार ही पूरी आ गई, औगण कित्थे टिकणगे? सच आ गया, हुण सच बोलदा है, झूठ कित्थों आएगा? हुण दया करदा है, हुण किसी ते हिंसा किवें करेगा? हुण प्रेम करदा है, दुश्मन कौन रहेगा इहदा? हुण जिंदगी दे विच संतोख धारण कर लिया, लालच तृष्णा अपने आप ही मुक गई। ਜਿਹਨੂੰ ਕਹਿੰਦੇ ਨੇ ਸਹਿਜ ਵਿੱਚ ਆ ਜਾਣਾ, ਅਡੋਲਤਾ ਚ ਟਿਕ ਜਾਣਾ, ਜਿੱਥੇ ਵਿਕਾਰ ਨੂੰ ਡੁਲਾ ਨਹੀਂ ਸਕਦੇ, ਸੁੱਖ ਦੁੱਖ ਡੁਲਾ ਨਹੀਂ ਸਕਦੇ। ਅਸੀਂ ਤੇ ਸੁੱਖ ਦੁੱਖ ਵਿੱਚ ਵੀ ਡੋਲ ਜਾਂਦੇ ਹਾਂ। ਸੁੱਖ ਆਇਆ ਤਾਂ ਵੀ ਡੋਲ ਗਏ, ਦੁੱਖ ਆਇਆ ਤਾਂ ਵੀ ਡੋਲ ਗਏ।
ਸੋਗ ਵਰਤਿਆ ਤਾਂ ਰੋਣਾ ਧੋਣਾ ਸ਼ੁਰੂ ਕਰ ਦਿੱਤਾ, ਘਾਟਾ ਪੈ ਗਿਆ ਤਾਂ ਰੋਣ ਧੋਣ ਲੱਗ ਪਏ, ਸੁੱਖ ਆਇਆ ਤਾਂ ਵੀ ਡੋਲ ਗਏ, ਪੁੱਤਰ ਦਾ ਵਿਆਹ ਆਇਆ ਤਾਂ ਵੀ ਡੋਲ ਗਏ, ਨਸ਼ੇ ਚ ਧੋ ਕੇ ਭੰਗੜੇ ਪਾਉਣ ਲੱਗ ਪਏ, ਭੁੱਲ ਹੀ ਗਏ ਆਪਣੇ ਆਪੇ ਨੂੰ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਉਹ ਹੈ ਸਹਿਜ ਵਿੱਚ। ਕੋਈ ਆ ਕੇ ਉਸਤਤ ਕਰ ਗਿਆ ਤਾਂ ਵੀ ਸ਼ੁਕਰ, ਨਿੰਦਾ ਕਰ ਗਿਆ ਤਾਂ ਵੀ ਸ਼ੁਕਰ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨ। ਉਹ ਹਰਕ ਸੋਗ ਮੈਨੇ ਖੁਸ਼ੀ ਗਮੀ ਤੋਂ ਉੱਚੇ ਉੱਠ ਗਏ, ਮਾਣ ਅਪਮਾਨ ਤੋਂ ਉੱਚੇ ਉੱਠ ਗਏ। ਉਹਨਾਂ ਦੇ ਜੀਵਨ ਦੇ ਵਿੱਚ ਅਡੋਲਤਾ ਆ ਗਈ, ਕੋਈ ਡੁਲਾ ਨਹੀਂ ਸਕਦਾ। ਅਸੀਂ ਤੇ ਨਿੱਕੀ ਨਿੱਕੀ ਗੱਲ ਤੇ ਡੋਲ ਜਾਂਦੇ ਹਾਂ ਨਾ, ਛੋਟੀ ਛੋਟੀ ਗੱਲ ਦੇ ਉੱਤੇ ਅਸੀਂ ਡੋਲ ਜਾਂਦੇ ਹਾਂ। ਜਦੋਂ ਮੈਂ ਜੀਵਨ ਜਾਂਚ ਕੋਰਸ ਕਰਾਉਣਾ, ਸਿੱਖ ਜੀਵਨ ਜਾਂਚ ਕੋਰਸ, ਉਹਦੇ ਵਿੱਚ ਇੱਕ ਚੈਪਟਰ ਆਉਂਦਾ ਹੈ ਸੱਸ ਨੂੰਹ ਦਾ। ਤੇ ਆਮ ਤੌਰ ਤੇ ਇਸ ਚੈਪਟਰ ਦੇ ਵਿੱਚ ਇੱਕ ਪਾਸੇ ਸੱਸਾਂ ਸ਼ਿਕਾਇਤ ਲਾਉਂਦੀਆਂ ਹੁੰਦੀਆਂ ਨੇ, ਦੂਜੇ ਪਾਸੇ ਨੂੰਹਾਂ ਸ਼ਿਕਾਇਤ ਲਾਉਂਦੀਆਂ ਹੁੰਦੀਆਂ ਨੇ। ਨੂੰਹ ਕਹਿੰਦੀ ਹੈ ਸੱਸ ਬੁੜਬੁੜ ਕਰਦੀ ਰਹਿੰਦੀ ਹੈ, ਸੱਸ ਕਹਿੰਦੀ ਹੈ ਨੂੰਹ ਪਤਾ ਨਹੀਂ ਕੀ ਬੁੜਬੁੜ ਕਰਦੀ ਹੈ, ਮੈਨੂੰ ਸਮਝ ਨਹੀਂ ਆਉਂਦੀ। ਤੇ ਦੋਨੋਂ ਗਲਤ ਫਹਿਮੀ ਚ ਇੱਕ ਦੂਜੇ ਨੂੰ ਗਲਤ ਸਮਝੀ ਜਾਂਦੇ ਨੇ। ਉਦੋਂ ਫਿਰ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸਹਿਜ ਵਿੱਚ ਆ ਜਾਓ। ਉਹ ਪੁੱਛਦੇ ਨੇ ਸਹਿਜ ਵਿੱਚ ਕਿਵੇਂ ਆਈਏ? ਕਈ ਵਾਰੀ ਦੁਨਿਆਵੀ ਉਦਾਹਰਨ ਦੇਣੀ ਪੈ ਜਾਂਦੀ ਹੈ, ਗੁਰਬਾਣੀ ਦੀ ਉਦਾਹਰਨ ਸਮਝਾਉਣ ਤੋਂ ਪਹਿਲਾਂ ਦੁਨਿਆਵੀ ਉਦਾਹਰਨ ਦੇਣੀ ਪੈ ਜਾਂਦੀ ਹੈ। ਅਸੀਂ ਸਾਰੇ ਟੀਵੀ ਦੇਖਦੇ ਹਾਂ, ਤੇ ਜਦੋਂ ਅਸੀਂ ਟੀਵੀ ਦੇਖਦੇ ਹਾਂ ਸਾਡੇ ਹੱਥ ਵਿੱਚ ਰਿਮੋਟ ਹੁੰਦਾ ਹੈ। ਅਸੀਂ ਰਿਮੋਟ ਦਾ ਇੱਕ ਬਟਨ ਦਬਿਆ, ਟੀਵੀ ਦੇ ਉੱਪਰ ਸਪੋਰਟਸ ਚੈਨਲ ਲੱਗ ਗਿਆ, ਖੇਡਾਂ ਸ਼ੁਰੂ ਹੋ ਗਈਆਂ। ਰਿਮੋਟ ਦਾ ਦੂਸਰਾ ਬਟਨ ਦਬਿਆ, ਉਹਦੇ ਵਿੱਚ ਗੀਤ ਸੰਗੀਤ ਚੱਲ ਪਿਆ, ਮਿਊਜ਼ਿਕ ਚੱਲ ਪਿਆ। ਰਿਮੋਟ ਦਾ ਫਿਰ ਇੱਕ ਬਟਨ ਦਬਿਆ, ਉਹਦੇ ਵਿੱਚ ਰੋਣ ਧੋਣ ਵਾਲੇ ਸੀਰੀਅਲ ਸ਼ੁਰੂ ਹੋ ਗਏ, ਰੋਣਾ ਹੈ ਰੋਣੇ ਕੀ ਜ਼ਰੂਰਤ ਹੈ, ਕਿਉਂਕਿ ਛਾਛ ਵੀ ਕभी नहीं थी। ਫਿਰ ਇੱਕ ਬਟਨ ਦਬਿਆ, ਕਾਮੇਡੀ ਸੀਰੀਅਲ ਸ਼ੁਰੂ ਹੋ ਗਿਆ, ਟੀਵੀ ਹੱਸਣ ਲੱਗ ਪਿਆ। ਹੁਣ ਟੀਵੀ ਦੇ ਪੱਲੇ ਕੀ ਹੈ? ਟੀਵੀ ਕਦੀ ਹੱਸਦਾ, ਕਦੀ ਰੋਂਦਾ, ਕਦੀ ਨੱਚਦਾ, ਕਦੀ ਚੁੱਪ ਕਰਕੇ ਬਹਿ ਜਾਂਦਾ। ਟੀਵੀ ਦੇ ਪੱਲੇ ਤੇ ਕੁਛ ਨਹੀਂ। ਸਾਡੇ ਪੱਲੇ ਨਾ ਟੀਵੀ ਦੀ ਤਾਕਤ। ਰਿਮੋਟ ਸਾਡੇ ਹੱਥ ਵਿੱਚ ਹੈ, ਇੱਕ ਬਟਨ ਦਬਦੇ ਆ ਟੀਵੀ ਨੂੰ ਹਸਾ ਦਿੰਦੇ ਆ, ਦੂਜਾ ਬਟਨ ਦਬਦੇ ਆ ਟੀਵੀ ਨੂੰ ਰਵਾ ਦਿੰਦੇ ਆ। ਬਿਲਕੁਲ ਇਸੇ ਤਰ੍ਹਾਂ ਸਰੀਰ ਸਾਡਾ ਟੀਵੀ ਹੈ। ਜੇ ਸਰੀਰ ਸਾਡਾ ਟੀਵੀ ਹੈ ਤੇ ਇਹਦਾ ਰਿਮੋਟ ਅਸੀਂ ਦੂਜੇ ਦੇ ਹੱਥ ਕਿਉਂ ਦਈਏ? ਦੂਜਾ ਸਾਨੂੰ ਕਿਉਂ ਹਸਾਏ, ਕਿਉਂ ਰਵਾਏ? ਅਸੀਂ ਸਹਿਜ ਵਿੱਚ ਕਿਉਂ ਨਾ ਰਹੀਏ? ਕਿਸੇ ਨੇ ਆ ਕੇ ਇੱਕ ਬਟਨ ਦਬਾਇਆ, ਮੇਰੇ ਸਾਹਮਣੇ ਆ ਕੇ ਇੱਕ ਬਟਨ ਦਬਾ ਕੇ ਕਹਿ ਦਿੱਤਾ ਤੁਸੀਂ ਕਥਾ ਬੜੀ ਸੋਹਣੀ ਕੀਤੀ, ਮੈਂ ਖੁਸ਼ੀ ਚ ਫੁੱਲ ਕੇ ਕੁੱਪਾ ਹੋ ਗਿਆ, ਹੰਕਾਰ ਚ ਫੁੱਲ ਗਿਆ, ਹੈ ਕੋਈ ਮੇਰੇ ਵਰਗਾ? ਦੂਜੇ ਦਿਨ ਉਹੀ ਬੰਦਾ ਫਿਰ ਆਇਆ, ਉਹਨੇ ਆ ਕੇ ਦੂਜਾ ਬਟਨ ਦਬ ਦਿੱਤਾ ਕਿ ਕਥਾ ਕਾਨੂੰ ਕੀਤੀ, ਦੁਨੀਆ ਨੂੰ ਗੁੰਮਰਾਹ ਕੀਤਾ। ਮੈਂ ਉੱਥੇ ਦੁਖੀ ਹੋ ਗਿਆ, ਰੋਣ ਧੋਣ ਬਹਿ ਗਿਆ। ਮੇਰੇ ਪੱਲੇ ਕੀ ਰਿਹਾ? ਮੇਰੀ ਜ਼ਿੰਦਗੀ ਤੇ ਦੂਸਰਾ ਬੰਦਾ ਚਲਾ ਰਿਹਾ ਨਾ। ਉਹ ਇੱਕ ਬਟਨ ਦਬਦਾ ਮੈਨੂੰ ਖੁਸ਼ ਕਰ ਦਿੰਦਾ ਹੈ, ਦੂਜਾ ਬਟਨ ਦਬਦਾ ਮੈਨੂੰ ਉਦਾਸ ਕਰ ਦਿੰਦਾ ਹੈ। ਮੇਰੀ ਜ਼ਿੰਦਗੀ ਤੇ ਫਿਰ ਉਹ ਹੈਂਡਲ ਕਰ ਰਿਹਾ, ਮੈਂ ਤੇ ਕਰ ਹੀ ਨਹੀਂ ਰਿਹਾ, ਮੈਨੂੰ ਤੇ ਉਹ ਕੰਟਰੋਲ ਕਰ ਰਿਹਾ। ਮੈਂ ਆਪਣਾ ਰਿਮੋਟ ਦੂਜੇ ਦੇ ਹੱਥ ਕਿਉਂ ਦਵਾਂ? ਮੈਂ ਆਪਣਾ ਰਿਮੋਟ ਆਪਣੇ ਹੱਥ ਰੱਖਾਂ। ਕਿਸੇ ਨੇ ਆ ਕੇ ਸਿਫਤ ਕੀਤੀ, ਮੈਂ ਕਹਾਂ ਧੰਨਵਾਦ, ਗੱਲ ਖਤਮ। ਕਿਸੇ ਨੇ ਆ ਕੇ ਬੁਰਾਈ ਕੀਤੀ, ਮੈਂ ਫਿਰ ਵੀ ਕਹਾਂ ਧੰਨਵਾਦ। ਮੈਂ ਜਾਂਚ ਪੜਤਾਲ ਕਰ ਲਵਾਂਗਾ, ਜਿੱਥੇ ਮੇਰੀ ਗਲਤੀ ਹੋਏਗੀ ਮੈਂ ਠੀਕ ਕਰ ਲਵਾਂਗਾ, ਸੁਧਾਰ ਲਵਾਂਗਾ। ਇਹਦੀ ਗੱਲ ਸੀ। ਧਰਮ ਦੀ ਦੁਨੀਆ ਦੇ ਵਿੱਚ ਵੀ ਗੁਰੂ ਨੇ ਸਹਿਜ ਸਿਖਾਇਆ। ਜਦੋਂ ਭਾਈ ਮਰਦਾਨਾ ਆਖਦੇ ਨੇ ਸਤਿਗੁਰੂ ਲੋਕ ਮੈਨੂੰ ਨੀਚ ਕੁਰਾਇਆ ਡੂਮ ਕਹਿੰਦੇ ਨੇ, ਸਤਿਗੁਰੂ ਕਹਿਣ ਲੱਗੇ ਸੁਣ ਲਿਆ ਕਰ, ਲੜਨ ਨਾ ਖਲੋ ਜਾਈ। ਕਹਿਣ ਲੱਗੇ ਸਤਿਗੁਰੂ ਮੈਂ ਹੱਸ ਛੱਡਦਾ ਵਾਂ, ਮੈਂ ਕਿਸੇ ਨਾਲ ਲੜਦਾ ਨਹੀਂ ਆ, ਪਰ ਅੱਜ ਲੋਕਾਂ ਨੇ ਤੁਹਾਨੂੰ ਕਹਿ ਦਿੱਤਾ ਦੇਖੋ ਕੁਰਾਈਏ ਦਾ ਡੂਮ ਤੁਰਿਆ ਜਾਂਦਾ ਹੈ। ਮੈਨੂੰ ਡੂਮ ਕਹਿਣ ਕੋਈ ਪਰਵਾਹ ਨਹੀਂ, ਤੁਹਾਨੂੰ ਕੋਈ ਕੁਰਾਈਆ ਕਦੇ ਬਰਦਾਸ਼ਤ ਨਹੀਂ ਹੁੰਦਾ ਮੇਰੇ। ਸਤਿਗੁਰੂ ਹੱਸ ਕੇ ਕਹਿਣ ਲੱਗੇ ਭੋਲਿਆ ਘਬਰਾ ਨਾ, ਲੋਕ ਤੈਨੂੰ ਮਾੜਾ ਕਹਿਣ, ਮੈਨੂੰ ਮਾੜਾ ਕਹਿਣ, ਲੜਨ ਨਾ ਖਲੋ ਜਾਈ। ਨਹੀਂ ਤੇ ਜੇ ਸੱਚ ਦੇ ਪ੍ਰਚਾਰ ਲਈ ਤੁਰਿਆ ਉਹ ਕੰਮ ਵਿੱਚੇ ਰਹਿ ਜਾਏਗਾ, ਜ਼ਿੰਦਗੀ ਲੜਨ ਚ ਗੁਜ਼ਰ ਜਾਏਗੀ। ਲੋਕ ਤੇਰੀ ਸਿਫਤ ਕਰਨ, ਮੇਰੀ ਸਿਫਤ ਕਰਨ, ਲੋਕਾਂ ਦੇ ਪਿੱਛੇ ਨਾ ਤੁਰ ਪਈ, ਲੋਕਾਂ ਦੀ ਖੁਸ਼ਾਮਦ ਨਾ ਕਰਨ ਲੱਗ ਜਾਈ। ਨਹੀਂ ਤੇ ਜਿਸ ਕੰਮ ਲਈ ਤੁਰਿਆ ਉਹ ਕੰਮ ਫਿਰ ਵਿੱਚੇ ਰਹਿ ਜਾਏਗਾ, ਜ਼ਿੰਦਗੀ ਲੜਨ ਚ ਗੁਜ਼ਰ ਜਾਏਗੀ। ਭਾਈ ਮਰਦਾਨਾ ਆਪਣੇ ਈਮਾਨ ਚ ਰਹੀ, ਤੂੰ ਆਪਣਾ ਈਮਾਨ ਨਾ ਬਦਲੀ, ਦੁਨੀਆ ਦੀ ਜ਼ੁਬਾਨ ਬਦਲਦਿਆਂ ਦੇਰ ਨਹੀਂ ਲੱਗਦੀ। ਜਿਹੜੇ ਅੱਜ ਮਾੜਾ ਕਹਿੰਦੇ ਨੇ ਕੱਲ ਇਹੀ ਚੰਗਾ ਕਹਿ ਸਕਦੇ ਨੇ, ਜਿਹੜੇ ਅੱਜ ਚੰਗਾ ਕਹਿ ਰਹੇ ਨੇ ਕੱਲ ਨੂੰ ਮਾੜਾ ਵੀ ਕਹਿ ਸਕਦੇ ਨੇ। ਤੂੰ ਆਪਣੀ ਈਮਾਨ ਚ ਪੱਕਾ ਰਹੀ, ਆਪਣਾ ਈਮਾਨ ਨਾ ਬਦਲੀ, ਦੁਨੀਆ ਦੀ ਜ਼ੁਬਾਨ ਬਦਲਦਿਆਂ ਦੇਰ ਨਹੀਂ ਲੱਗਦੀ। ਇਹਨੂੰ ਕਹਿੰਦੇ ਨੇ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗਿਆ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿ, ਤੈ ਘਟ ਬ੍ਰਹਮ ਨਿਵਾਸਾ।
ਇਹ ਸਹਿਜ ਕਿੰਨਿਆਂ ਚ ਆਇਆ ਹੈ, ਕਿਹਦੇ ਵਿੱਚ ਆਇਆ ਹੈ? ਜਦੋਂ ਇਹ ਸਹਿਜ ਆ ਜਾਂਦਾ ਹੈ ਉਦੋਂ ਕੀ ਹੁੰਦਾ? ਉਦੋਂ ਜ਼ਿੰਦਗੀ ਦੇ ਵਿੱਚ ਕੋਈ ਦੁਸ਼ਮਣ ਨਹੀਂ ਰਹਿ ਜਾਂਦਾ, ਕੋਈ ਮਿੱਤਰ ਨਹੀਂ ਰਹਿ ਜਾਂਦਾ, ਇੱਕ ਰੱਬ ਹੀ ਤੇ ਰਹਿੰਦਾ ਹੈ। ਫਿਰ ਜਦੋਂ ਵੀ ਬੋਲਦਾ ਸਹਿਜ ਵਿੱਚ, ਉਹ ਗੁਣਾਂ ਦੀ ਹੀ ਗੱਲ ਬੋਲਦਾ, ਗਿਆਨ ਹੀ ਉਹਦੇ ਮੂੰਹੋਂ ਨਿਕਲਦਾ, ਅਡੋਲ ਹੈ ਨਾ, ਕਾਹਲੀ ਨਹੀਂ ਕਰਦਾ। ਇਸ ਕਰਕੇ ਜਦੋਂ ਸਹਿਜ ਵਿੱਚ ਬੋਲਦਾ ਹੈ, ਗਿਆਨ ਦੀ ਹੀ ਗੱਲ ਮੂੰਹ ਚੋਂ ਨਿਕਲਦੀ। ਜਦੋਂ ਸੁਣਦਾ ਹੈ ਬੜੇ ਧਿਆਨ ਨਾਲ, ਉਹ ਕੰਮ ਦੀ ਗੱਲ ਹੀ ਸੁਣਦਾ। ਜਦੋਂ ਦੇਖਦਾ ਹੈ ਕਿਸੇ ਨੂੰ, ਉਹਦੇ ਵਿੱਚੋਂ ਰੱਬ ਹੀ ਦੇਖਦਾ, ਉਹਦਾ ਧਿਆਨ ਰੱਬ ਚ ਟਿਕਿਆ ਹੋਇਆ। ਉਹ ਜਦੋਂ ਜਾਗਦਾ ਵੀ ਹੈ ਸੁਭਾਵਕ, ਸੌਂਦਾ ਵੀ ਸੁਭਾਵਕ। ਉਹਦੇ ਜੀਵਨ ਦੇ ਵਿੱਚ ਸਾਜਨ ਦੁਸ਼ਟ ਜਾ ਕੇ ਏਕ ਸਮਾਨ ਹੈ। ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਉਹਦੀ ਜ਼ਿੰਦਗੀ ਸੁਭਾਵਕ ਸਹਿਜ ਚੱਲਦੀ ਹੈ। ਸਾਡੇ ਵਰਗੇ ਸੌਣ ਲੱਗਿਆਂ ਨੀਂਦ ਦੀ ਗੋਲੀ ਖਾਂਦੇ ਨੇ, ਉੱਠਣ ਲੱਗਿਆ ਅਲਾਰਮ ਰੱਖਣੇ ਪੈਂਦੇ ਨੇ। ਪਰ ਉਹ ਐਸੇ ਨੇ ਸਹਿਜੇ ਜਾਗਣ ਸਹਿਜੇ ਸੋਏ, ਸੁਭਾਵਕ ਹੀ ਸੌ ਜਾਂਦੇ ਨੇ, ਨੀਂਦ ਆਉਂਦੀ ਸੌ ਜਾਂਦੇ ਨੇ, ਜਾਗ ਖੁੱਲਦੀ ਉੱਠ ਜਾਂਦੇ ਨੇ। ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਗਲ ਦੁਰਾਓ, ਸਹਿਜੇ ਹੁਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਉਹ ਸੁਭਾਵਕ ਜ਼ਿੰਦਗੀ ਜਿਉਂਦੇ ਨੇ। ਸਾਜਨ ਮਿਲੇ ਸਹਿਜ ਸੁਭਾਏ, ਜਦੋਂ ਸਹਿਜ ਅਡੋਲਤਾ ਦੇ ਵਿੱਚ ਆ ਗਏ, ਵਿਕਾਰਾਂ ਵੱਲੋਂ ਅਡੋਲ ਹੋ ਗਏ, ਸੁੱਖ ਦੁੱਖ ਖੁਸ਼ੀ ਗਮੀ ਮਾਣ ਅਪਮਾਨ ਵੱਲੋਂ ਅਡੋਲ ਹੋ ਗਏ, ਉਦੋਂ ਹੀ ਰੱਬ ਜੀ ਮਿਲ ਗਏ। ਉਸ ਦਿਨ ਹੀ ਸਾਰਿਆਂ ਚ ਰੱਬ ਦਿਸ ਗਿਆ। ਸੁਭਾਏ ਮੈਨੇ ਪ੍ਰੇਮ ਦੇ ਵਿੱਚ ਭਿੱਜ ਕੇ, ਹਰ ਸਿਉ ਪ੍ਰੀਤ ਬਣੀ, ਉਹਨਾਂ ਦਾ ਰੱਬ ਨਾਲ ਪਿਆਰ ਬਣ ਜਾਂਦਾ ਹੈ, ਪ੍ਰਭੂ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ। ਸੁਭਾਵਕ ਹੀ ਪ੍ਰਭੂ ਨੂੰ ਮਿਲ ਲੈਂਦੇ ਨੇ, ਸੁਭਾਵਕ ਹੀ ਸਾਰਿਆਂ ਚ ਰੱਬ ਦੇਖ ਲੈਂਦੇ ਨੇ। ਉਚੇਚ ਨਹੀਂ ਕਰਨੀ ਪੈਂਦੀ, ਕਿਉਂਕਿ ਗੁਰੂ ਜੀ ਨੇ ਕਹਿ ਦਿੱਤਾ ਸਾਰਿਆਂ ਚ ਰੱਬ ਹੀ ਤੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਰੱਬ ਤੋਂ ਬਿਨਾਂ ਕੌਣ ਹੈ, ਰੱਬ ਹੀ ਤੇ ਹੈ। ਪਰ ਇਸ ਗੱਲ ਤੇ ਸਾਨੂੰ ਵਿਸ਼ਵਾਸ ਕਰਨਾ ਪਏਗਾ। ਜਦੋਂ ਅਸੀਂ ਵਿਸ਼ਵਾਸ ਕਰਾਂਗੇ ਗੁਰੂ ਬਾਣੀ ਤੇ, ਉਦੋਂ ਹੀ ਅਸੀਂ ਰੱਬ ਦੇ ਦਰਸ਼ਨ ਕਰ ਸਕਦੇ ਹਾਂ। ਜਿਹਨੇ ਵਿਸ਼ਵਾਸ ਕੀਤਾ ਉਹ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਰੱਬ ਦੇ ਦਰਸ਼ਨ ਨਹੀਂ ਹੋਏ। ਦੇਖੋ, ਗੁਰੂ ਦੀ ਬਾਣੀ ਸੱਚ ਹੈ, ਅਸੀਂ ਸਾਰੇ ਕਹਿੰਦੇ ਆ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਵੇਲਾ, ਕੋਈ ਭੁਲੇਖਾ ਨਹੀਂ ਹੈ। ਦੁਨੀਆ ਭੁੱਲ ਸਕਦੀ ਹੈ, ਗੁਰੂ ਭੁੱਲਦਾ ਨਹੀਂ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਅਭੁੱਲ ਹੈ, ਗੁਰੂ ਗਲਤੀ ਨਹੀਂ ਕਰਦਾ। ਬਾਣੀ ਆਦ ਜੁਗਾਦ ਸੱਚ ਹੈ, ਗੁਰਬਾਣੀ ਸਰਬ ਸਾਂਝੀ ਹੈ, ਸਰਬਦੇਸ਼ੀ ਹੈ, ਸਰਬਕਾਲੀ ਹੈ। ਗੱਲ ਤੇ ਸਾਡੇ ਮੰਨਣ ਦੀ ਹੈ, ਅਸੀਂ ਬਾਣੀ ਨੂੰ ਸੱਚ ਮੰਨਦੇ ਹਾਂ। ਜੇ ਤੇ ਸੱਚ ਮੰਨਦੇ ਹਾਂ ਫਿਰ ਤੇ ਗੁਰਬਾਣੀ ਤੇ ਸਾਡਾ ਵਿਸ਼ਵਾਸ ਵੀ ਹੋਏਗਾ। ਤੇ ਜੇ ਗੁਰਬਾਣੀ ਤੇ ਸਾਡਾ ਵਿਸ਼ਵਾਸ ਹੈ ਵੀ ਗੁਰਬਾਣੀ ਸੱਚ ਹੈ, ਫਿਰ ਇਸ ਪੂਰੀ ਕਲਾਸ ਦੇ ਵਿੱਚੋਂ ਕੋਈ ਵੀਰ ਭੈਣ ਹੱਥ ਖੜਾ ਕਰਕੇ ਗੱਲ ਕਹਿ ਸਕਦਾ ਹੈ ਕਿ ਮੈਨੂੰ ਰੱਬ ਦੇ ਦਰਸ਼ਨ ਨਹੀਂ ਜੀ ਹੋਏ। ਜੇ ਤੇ ਗੁਰਬਾਣੀ ਨੂੰ ਸੱਚ ਮੰਨਦਾ ਹੈ ਫਿਰ ਤੇ ਕਹੇਗਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤੇ ਗੁਰਬਾਣੀ ਤੇ ਯਕੀਨ ਕਰਕੇ ਕਹੇਗਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ। ਫਿਰ ਤੇ ਕਹੇਗਾ ਜੈ ਜੈ ਟੇਕੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਵਤਰ ਨੇ। ਜੇ ਤੇ ਗੁਰਬਾਣੀ ਤੇ ਵਿਸ਼ਵਾਸ ਹੋਏਗਾ ਫਿਰ ਤੇ ਕਹੇਗਾ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਨੇ। ਜਿਹਦਾ ਬਾਣੀ ਤੇ ਵਿਸ਼ਵਾਸ ਹੈ ਉਹ ਇਹ ਨਹੀਂ ਕਹਿ ਸਕਦਾ ਮੈਨੂੰ ਰੱਬ ਦੇ ਦਰਸ਼ਨ ਨਹੀਂ ਹੋਏ, ਉਹ ਕਹੇਗਾ ਹੋ ਗਏ ਨੇ ਰੱਬ ਦੇ ਦਰਸ਼ਨ। ਤੇ ਜਿਹਦਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਹੋਏਗਾ ਉਹ ਪਤਾ ਕੀ ਕਹੇਗਾ ਕਿ ਹਾਂ ਗੁਰੂ ਜੀ ਕਹਿੰਦੇ ਤੇ ਹੈ ਕਿ ਸਾਰਾ ਸੰਸਾਰ ਰੱਬ ਦਾ ਰੂਪ ਹੈ, ਜੋ ਦਿਸੈ ਸੋ ਤੇਰਾ ਰੂਪ। ਪਰ ਜਦੋਂ ਪਰ ਕਹੇਗਾ ਨਾ, ਉਹਦਾ ਮਤਲਬ ਵੀ ਇਹਦੇ ਚ ਕੁਝ ਝੂਠ ਵੀ ਹੈ, ਵੀ ਪਹਿਲੀ ਗੱਲ ਝੂਠ ਹੈ। ਗੁਰੂ ਜੀ ਤੇ ਕਹਿ ਰਹੇ ਨੇ ਵੀ ਸਾਰਾ ਸੰਸਾਰ ਰੱਬ ਦਾ ਰੂਪ ਹੈ, ਪਰ ਦਾ ਮਤਲਬ ਜਿਹੜੀ ਪਹਿਲੀ ਗੱਲ ਝੂਠੀ ਹੈ, ਇਹ ਚ ਨੁਕਸਾਨ ਵੀ ਹੈ ਇਹਦੇ ਵਿੱਚ। ਇਹਦਾ ਮਤਲਬ ਉਹ ਬਾਣੀ ਤੇ ਯਕੀਨ ਨਹੀਂ ਕਰ ਰਿਹਾ। ਜਿਹੜਾ ਬਾਣੀ ਤੇ ਯਕੀਨ ਕਰਦਾ ਹੈ ਉਹ ਇਹ ਨਹੀਂ ਕਹਿ ਸਕਦਾ ਮੈਨੂੰ ਰੱਬ ਦੇ ਦਰਸ਼ਨ ਨਹੀਂ ਹੋਏ। ਉਹ ਤੇ ਕਹੇਗਾ ਮੇਰਾ ਗੁਰਬਾਣੀ ਤੇ ਮੈਨੂੰ ਇਹ ਗੱਲ ਕਹਿ ਰਹੀ ਹੈ ਕਿ ਹਰ ਥਾਂ ਤੇ ਪ੍ਰਭੂ ਦਾ ਵਾਸ ਹੈ, ਉਹਦੇ ਤੋਂ ਬਿਨਾਂ ਕੌਣ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ, ਜਾਂ ਤਿਸ ਬਿਨ ਕੋਈ ਨਾ। ਸੁਭਾਵਕ ਕੀ ਰੱਬ ਮਿਲ ਹੀ ਗਿਆ ਸਹਿਜ ਵਿੱਚ ਹੀ। ਸਹਿਜਨ ਮਿਲੇ ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ, ਰੱਬ ਨਾਲ ਪਿਆਰ ਬਣ ਗਿਆ। ਤੇ ਜੇ ਰੱਬ ਨਾਲ ਪਿਆਰ ਬਣ ਗਿਆ ਫਿਰ ਸਾਰਿਆਂ ਵਿੱਚੋਂ ਹੀ ਤੇ ਹੈ। ਫਿਰ ਮਾਪਿਆਂ ਨਾਲ ਵੀ ਬਣ ਗਿਆ, ਧੀਆਂ ਪੁੱਤਰਾਂ ਨਾਲ ਵੀ ਬਣ ਗਿਆ, ਫਿਰ ਆਂਢੀ ਗੁਆਂਢੀ ਨਾਲ ਵੀ ਬਣ ਗਿਆ, ਜਿਹਨੂੰ ਦੁਸ਼ਮਣ ਮੰਨਿਆ ਸੀ ਉਹਦੇ ਨਾਲ ਵੀ ਬਣ ਗਿਆ। ਇੱਕ ਰੱਬ ਹੀ ਤੇ ਹੈ ਨਾ।
हर मंदिर आवे जा प्रभ पावे, तन उभी गुण सारी। हर मंदिर आवे ਜਾਂ ਪ੍ਰਭ ਭਾਵੇ। ਆਮ ਤੌਰ ਤੇ ਅਸੀਂ ਇਹਦੇ ਅਰਥ ਪੜ੍ਹਦੇ ਹਾਂ, ਹਰ ਮੰਦਰ ਆਵੇ ਜਾਂ ਪ੍ਰਭ ਭਾਵੇ, ਕਿ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਇਸਤਰੀ ਦੇ ਹਿਰਦੇ ਮੰਦਰ ਵਿੱਚ ਆ ਟਿਕ ਜਾਂਦਾ ਹੈ। ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਕੋਈ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਤੇ ਉਹਦੇ ਹਿਰਦੇ 'ਚ ਆ ਜਾਂਦਾ। ਹੁਣ ਪ੍ਰਭੂ ਨੂੰ ਤੇ ਸਾਰੇ ਹੀ ਚੰਗੇ ਲੱਗਦੇ ਨੇ। ਕੌਣ ਹੈ ਜਿਹੜਾ ਪ੍ਰਭੂ ਨੂੰ ਚੰਗਾ ਨਹੀਂ ਲੱਗਦਾ? ਹੁਣ ਤੇ ਸਾਰੇ ਹੀ ਚੰਗੇ ਲੱਗਦੇ ਨੇ। ਪ੍ਰਭੂ ਤੇ ਕਿਸੇ ਦਾ ਦੁਸ਼ਮਣ ਹੈ ਹੀ ਨਹੀਂ। ਹੁਣ ਤੁਸੀਂ ਨਿਰਵੈਰ ਕਹਿੰਦੇ ਆ, ਉਹਦਾ ਕਿਸੇ ਨਾਲ ਵੈਰ ਹੈ ਹੀ ਨਹੀਂ ਵੀ ਮੈਨੂੰ ਬੰਦਾ ਚੰਗਾ ਨਹੀਂ ਲੱਗਦਾ। ਉਹਨੂੰ ਤੇ ਸਾਰੇ ਚੰਗੇ ਲੱਗਦੇ ਨੇ। ਕਿਹੜਾ ਪਿਤਾ ਹੈ ਜਿਹੜਾ ਕਹੇਗਾ ਮੈਨੂੰ ਆਪਣੇ ਬੱਚੇ ਚੰਗੇ ਨਹੀਂ ਲੱਗਦੇ ਜੀ? ਪਿਤਾ ਨੂੰ ਤੇ ਆਪਣੇ ਸਾਰੇ ਬੱਚੇ ਚੰਗੇ ਲੱਗਦੇ ਨੇ। ਸੁਪੁੱਤਰ ਵੀ ਚੰਗਾ ਲੱਗਦਾ ਉਹਨੂੰ, ਕਪੁੱਤਰ ਵੀ ਚੰਗਾ ਲੱਗਦਾ ਹੈ ਤੇ ਮੇਰਾ ਪੁੱਤਰ ਨਾ। ਇਸ ਕਰਕੇ ਇੱਥੇ ਇਹਦਾ ਮਤਲਬ ਇਹ ਨਹੀਂ ਵੀ ਪ੍ਰਭੂ ਨੂੰ ਜਿਹੜਾ ਚੰਗਾ ਲੱਗਦਾ ਹੈ, ਕਿਉਂਕਿ ਪ੍ਰਭੂ ਨੂੰ ਤੇ ਸਾਰੇ ਹੀ ਚੰਗੇ ਲੱਗਦੇ ਨੇ। ਇਹਦਾ ਇੱਥੇ ਇਹ ਅਰਥ ਹੋਏਗਾ ਜਦੋਂ ਜੀਵ ਨੂੰ ਪ੍ਰਭੂ ਚੰਗਾ ਲੱਗ ਜਾਂਦਾ ਹੈ, ਜਦੋਂ ਜੀਵ ਨੂੰ ਪ੍ਰਭੂ ਚੰਗਾ ਲੱਗਦਾ ਹੈ, ਜਦੋਂ ਜੀਵ ਨੂੰ ਪ੍ਰਭੂ ਭਾ ਜਾਂਦਾ ਹੈ, ਨਾ ਕਿ ਪ੍ਰਭੂ ਜੀਵ ਨੂੰ ਪਾ ਜਾਂਦਾ ਹੈ। ਪ੍ਰਭੂ ਲਈ ਤੇ ਸਾਰੇ ਹੀ ਚੰਗੇ ਨੇ, ਕੋਈ ਮਾੜਾ ਹੈ ਹੀ ਨਹੀਂ। ਉਹ ਤੇ ਇੰਨਾ ਨਿਰਵੈਰ ਹੈ, ਭਾਵੇਂ ਪੁੱਤਰ ਹੋਵੇ, ਭਾਵੇਂ ਸੁਪੁੱਤਰ ਹੋਵੇ, ਭਾਵੇਂ ਕਪੁੱਤਰ ਹੋਵੇ, ਉਹ ਸਾਰਿਆਂ ਨੂੰ ਇੱਕ ਬਰਾਬਰ ਵਿਹਾਰ ਕਰ ਰਿਹਾ ਹੈ। ਸਾਰਿਆਂ ਨੂੰ ਸਾਹ ਦੇ ਰਿਹਾ, ਪਾਣੀ ਦੇ ਰਿਹਾ, ਜੀਵਨ ਦੇ ਰਿਹਾ, ਰੋਜ਼ੀ ਰੋਟੀ ਦੇ ਰਿਹਾ। ਕਹਾਣੀ ਹੈ ਕਿ ਕਿਸੇ ਫਰਿਸ਼ਤੇ ਨੇ ਕਿਹਾ ਸੀ, ਯਾ ਖੁਦਾ, ਇਹ ਦੁਨੀਆ ਤੂੰ ਪਾਲਦਾ, ਐਡਾ ਸੰਸਾਰ, ਸੂਰਜ, ਚੰਦਰਮਾ, ਗ੍ਰਹਿ, ਨਛੱਤਰ, ਕਿੰਨਾ ਕੁਝ ਚਲਾ ਰਿਹਾ ਤੂੰ, ਕਿੰਨੇ ਤੇਰੇ ਕੰਮ ਨੇ, ਕਿੰਨੀਆਂ ਤੇਰੀਆਂ ਜ਼ਿੰਮੇਵਾਰੀਆਂ ਨੇ। ਮੈਂ ਚਾਹੁੰਦਾ ਮੈਂ ਤੇਰੀ ਥੋੜੀ ਸਹਾਇਤਾ ਕਰਾਂ, ਤੇਰੇ ਕੰਮ 'ਚ ਹੱਥ ਵਟਾਵਾਂ ਮੈਂ। ਖੁਦਾ ਕਹਿਣ ਲੱਗਾ, ਤੂੰ ਕੀ ਹੱਥ ਵਟਾਏਗਾ? ਕਹਿਣ ਲੱਗਾ, ਅੱਜ ਇੱਕ ਸੇਵਾ ਮੈਨੂੰ ਦੇ ਦਿਓ, ਸਾਰੀ ਦੁਨੀਆ ਨੂੰ ਰਿਜ਼ਕ ਮੈਂ ਦੇਵਾਂਗਾ। ਪਸ਼ੂ, ਪੰਛੀ, ਕੀੜੇ ਮਕੌੜੇ, ਇਨਸਾਨ, ਬਨਸਪਤੀ, ਫਲ ਫਰੂਟ, ਸਭ ਨੂੰ ਭੋਜਨ ਮੈਂ ਦਿਆਂਗਾ ਇੱਕ ਦਿਨ। ਖੁਦਾ ਆਖਦਾ ਵੀ ਤੇਤੋਂ ਹੋਣਾ ਨਹੀਂ ਕੰਮ ਇਹ। ਕਹਿਣ ਲੱਗਾ, ਨਹੀਂ ਕਿਉਂ ਨਹੀਂ ਕਰਾਂਗਾ? ਜਿਵੇਂ ਤੁਸੀਂ ਭੰਡਾਰੇ ਵਰਤਾਂਦੇ ਹੋ ਪੂਰੀ ਦੁਨੀਆ ਨੂੰ ਇੱਕ ਸਮਾਨ, ਮੈਂ ਵੀ ਵਰਤਾ ਦਿਆਂਗਾ। ਕਹਿਣ ਲੱਗੇ ਠੀਕ। ਉਹਨੇ ਸਵੇਰ ਤੋਂ ਸ਼ਾਮ ਤੱਕ ਪੂਰੀ ਦੁਨੀਆ ਨੂੰ ਭੋਜਨ ਵੰਡਿਆ। ਸ਼ਾਮ ਹੋਈ, ਖੁਦਾ ਨੇ ਆ ਕੇ ਚੈੱਕ ਕੀਤਾ, ਸਾਰਾ ਦੇਖਿਆ, ਚੈੱਕ ਕੀਤਾ, ਤੇ ਖੁਦਾ ਨੇ ਪੁੱਛ ਲਿਆ ਵੀ ਆ 80 ਸਾਲ ਦਾ ਬਾਬਾ, ਇਹ ਤੇ ਸਵੇਰ ਦਾ ਭੁੱਖਾ ਬੈਠਾ, ਇਹਨੂੰ ਤਾਂ ਰੋਟੀ ਦਿੱਤੀ ਨਹੀਂ। ਉਹ ਫਰਿਸ਼ਤਾ ਕਹਿਣ ਲੱਗਾ, ਇਹ ਰੋਟੀ ਦੇ ਯੋਗ ਹੀ ਨਹੀਂ ਹੈ, ਇਹ ਭੋਜਨ ਦੇ ਯੋਗ ਨਹੀਂ ਹੈ, ਇਹਨੂੰ ਭੁੱਖਾ ਹੀ ਮਰਨਾ ਚਾਹੀਦਾ ਹੈ। ਤੁਹਾਨੂੰ ਨਹੀਂ ਪਤਾ ਇਹਨੇ ਪਾਪ ਕਿਹੜੇ ਕੀਤੇ ਨੇ, ਇੰਨੇ ਗੁਨਾਹ। ਔਰ ਅੱਜ ਦੇ ਨਹੀਂ, ਇਹ ਤੇ ਬਚਪਨ ਤੋਂ ਕਰਦਾ ਆ ਰਿਹਾ ਹੈ। ਸਾਰੀ ਜਵਾਨੀ ਨੇ ਪਾਪਾਂ 'ਚ ਲਗਾ ਲਈ। ਕਿੰਨੀਆਂ ਚੋਰੀਆਂ, ਕਿੰਨੇ ਡਾਕੇ, ਕਿੰਨੇ ਇਸਤਰੀਆਂ ਨੂੰ ਬੇਪਤ ਕੀਤਾ, ਕਿੰਨਿਆਂ ਨੂੰ ਮਾਰਿਆ, ਕਿੰਨਿਆਂ ਦੇ ਹੱਕ ਖੋਏ, ਕਿੰਨਿਆਂ ਦੇ ਜ਼ੁਲਮ ਕੀਤਾ। ਇਹ ਤੇ ਬੜਾ ਜ਼ਾਲਮ ਹੈ, ਇਹਨੂੰ ਤੇ ਭੁੱਖਾ ਹੀ ਮਰਨਾ ਚਾਹੀਦਾ ਹੈ, ਇਹਨੂੰ ਰੋਟੀ ਨਹੀਂ ਮਿਲਣੀ ਚਾਹੀਦੀ। ਮੈਂ ਤਾਂ ਹੀ ਇਹਨੂੰ ਅੱਜ ਰੋਟੀ ਨਹੀਂ ਦਿੱਤੀ, ਭੁੱਖਾ ਮਰੇ ਇਹ। ਖੁਦਾ ਹੱਸ ਪਿਆ, ਕਹਿਣ ਲੱਗਾ, ਮੈਂ ਹਰ ਰੋਜ਼ ਇਹਨੂੰ ਦੇਖਦਾ, ਮੈਂ ਵੀ ਤੇ 80 ਸਾਲ ਤੋਂ ਦੇਖ ਰਿਹਾ, ਮੈਂ ਤੇ ਇਹਦੀ ਰੋਟੀ ਕਦੇ ਵੀ ਬੰਦ ਨਹੀਂ ਕੀਤੀ। ਤੂੰ ਪਹਿਲੇ ਦਿਨ ਹੀ ਭੋਜਨ ਵੰਡਣ ਲੱਗਿਆ, ਪਹਿਲੇ ਦਿਨ ਹੀ ਰੋਟੀ ਵੰਡ ਦਿੱਤੀ। ਜੇ ਤੇਰੇ ਵਰਗੇ ਭੋਜਨ ਵੰਡਣ ਲੱਗ ਜਾਣ, ਰੋਜ਼ ਅੱਧੀ ਦੁਨੀਆ ਮਰ ਜਾ ਕਰੇ, ਅੱਧਾ ਸੰਸਾਰ ਰੋਜ਼ ਹੀ ਮਰ ਜਾ ਕਰੇ। ਨਹੀਂ, ਤੇਰੇ ਤੋਂ ਇਹ ਭੋਜਨ ਨਹੀਂ ਵੰਡਿਆ ਜਾਣਾ, ਕਿਉਂਕਿ ਭੋਜਨ ਵੰਡਣ ਵਾਸਤੇ ਨਿਰਵੈਰ ਬਣਨਾ ਪੈਂਦਾ ਹੈ। ਕਿਸੇ ਨਾਲ ਵੈਰ ਨਹੀਂ, ਸਭ ਨੂੰ ਬਰਾਬਰ ਸਾਹ ਦੇਣੇ, ਸਭ ਨੂੰ ਪਾਣੀ ਦੇਣਾ, ਸਭ ਨੂੰ ਭੋਜਨ ਦੇਣਾ, ਸਭ ਨੂੰ ਕੱਪੜੇ, ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਜਾਂ ਫਲ ਫਰੂਟ, ਬਨਸਪਤੀ, ਸੰਸਾਰ ਦੇ ਜਿੰਨੇ ਵੀ ਕੁਦਰਤੀ ਤੱਤਾਂ ਦੇ ਸੁੱਖ, ਸਭ ਨੂੰ ਬਰਾਬਰ ਦੇਣੇ ਪੈਂਦੇ ਨੇ। ਇਹ ਗੱਲ ਵੱਖਰੀ ਕਿ ਮਨੁੱਖ ਵੰਡਣ ਲੱਗਿਆ ਕਾਣੀ ਵੰਡ ਕਰ ਲੈਂਦਾ ਹੈ, ਤਕੜੇ ਜ਼ਿਆਦਾ ਕਬਜ਼ਾ ਕਰ ਲੈਂਦੇ ਨੇ, ਮਾੜੇ ਨੂੰ ਨਹੀਂ ਮਿਲਦਾ। ਇਹ 'ਚ ਰੱਬ ਦਾ ਦੋਸ਼ ਤੇ ਨਹੀਂ ਹੈ। ਰੱਬ ਕਹਿਣ ਲੱਗਾ, ਤੂੰ ਨਹੀਂ ਦਾਤਾ ਬਣ ਸਕਦਾ, ਦਾਤਾ ਬਣਨ ਵਾਸਤੇ ਨਿਰਵੈਰ ਬਣਨਾ ਪੈਂਦਾ ਹੈ। ਮੈਂ 80 ਸਾਲ ਤੈਨੂੰ ਭੋਜਨ ਦੇ ਰਿਹਾ, ਮੈਂ ਨਹੀਂ ਦੇਖਿਆ ਕਿ ਮੈਨੂੰ ਗਾਲਾਂ ਰੋਜ਼ ਕੱਢਦਾ ਹੈ, ਰੋਜ਼ ਇੰਨੇ ਪਾਪ ਕਰਦਾ ਹੈ। ਮੈਂ ਦੁਨੀਆ ਦੇ ਗੁਨਾਹਾਂ ਦੇਖਣ ਲੱਗ ਜਾਵਾਂ ਤੇ ਬੰਦਾ ਸਵੇਰ ਤੋਂ ਸ਼ਾਮ ਤੱਕ ਇੰਨੇ ਪਾਪ ਕਰਦਾ ਹੈ, ਸ਼ਾਮ ਹੁੰਦੇ ਹੁੰਦੇ 2 ਰੋਟੀਆਂ ਨਸੀਬ ਨਾ ਹੋਣ। ਜਿੰਨੇ ਗੁਨਾਹ ਕਦਮ ਕਦਮ ਤੇ ਬੰਦਾ ਕਰਦਾ ਹੈ, ਸ਼ਾਮ ਹੁੰਦੇ ਹੁੰਦੇ ਪਾਣੀ ਦਾ ਗਲਾਸ ਨਸੀਬ ਨਾ ਹੋਏ। ਮੈਂ ਤੇ ਸਭ ਨੂੰ ਦੇ ਰਿਹਾ। ਕਹਿਣ ਤੋਂ ਭਾਵ, ਪ੍ਰਭੂ ਨੂੰ ਤੇ ਸਾਰੇ ਹੀ ਚੰਗੇ ਲੱਗਦੇ ਨੇ, ਉਹਨੂੰ ਤੇ ਮਾੜਾ ਲੱਗਦਾ ਹੀ ਕੋਈ ਨਹੀਂ। ਪਰ ਸਾਨੂੰ ਰੱਬ ਚੰਗਾ ਨਹੀਂ ਲੱਗਦਾ, ਸਾਨੂੰ ਰੱਬ ਬਗਾਨਾ ਲੱਗਦਾ ਹੈ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਰਾਮ ਸਾਡੇ ਲਈ ਪਰਾਇਆ, ਬੇਗਾਨਾ ਹੈ। ਪਰ ਗੁਰੂ ਜੀ ਆਖਦੇ ਨੇ, ਜਦੋਂ ਕੋਈ ਗੁਨਾਹ ਨਾਲ ਜੁੜ ਜਾਂਦਾ ਹੈ ਨਾ,
अपने अंदर सच ले आंदा है, सच बोलने लग जाता है, दया नाल भर जाता है, निरभैता नाल भर जाता है, वैर की भावना त्याग के निर्वैर हो जाता है। जो कोई मनुख प्रेम करता है, धीरज धारण कर लेंदा है, संतोखी हो जाता है, ਉਹਦੇ अंदर रब आ जाता है। रब ਦੇ गुण ने ना सारे ਇਹ। ਤੇ ਜਦੋਂ ਹਿਰਦੇ 'ਚ ਪ੍ਰਭੂ ਆ ਜਾਂਦਾ ਹੈ ਤੇ ਜਿਸ ਬੰਦੇ ਨੂੰ ਸੱਚ ਚੰਗਾ ਲੱਗਦਾ ਹੈ ਨਾ, ਉਹਨੂੰ ਫਿਰ ਰੱਬ ਚੰਗਾ ਲੱਗਦਾ ਹੈ। जिस बंदे ਨੂੰ ਕਿਸੇ ਤੇ ਤਰਸ ਖਾਣਾ ਚੰਗਾ ਲੱਗਦਾ ਹੈ, ਦਇਆ ਕਰਨੀ ਚੰਗੀ ਲੱਗਦੀ ਹੈ, ਉਹਨੂੰ ਦਿਆਲੂ ਰੱਬ ਚੰਗਾ ਲੱਗਣ ਲੱਗ ਜਾਂਦਾ ਹੈ। जिस बंदे ਦੀ ਕਿਸੇ ਨਾਲ ਦੁਸ਼ਮਣੀ ਨਹੀਂ ਰਹਿੰਦੀ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਨਿਰਵੈਰ ਹੋ ਜਾਂਦਾ ਹੈ, ਉਹਨੂੰ ਰੱਬ ਨਿਰਵੈਰ ਚੰਗਾ ਲੱਗਣ ਲੱਗ ਜਾਂਦਾ ਹੈ। ਹਰ ਮੰਦਰ ਆਵੇ ਉਦੋਂ ਹਰੀ ਮੰਦਰ ਵਿੱਚ ਯਾਨੀ ਹਿਰਦੇ ਦੇ ਵਿੱਚ ਆ ਜਾਂਦਾ ਹੈ। ਜਾਂ ਪ੍ਰਭ ਭਾਵੇ, ਜਦੋਂ ਪ੍ਰਭੂ ਚੰਗਾ ਲੱਗਦਾ ਹੈ ਉਦੋਂ ਪ੍ਰਭੂ ਹਿਰਦੇ 'ਚ ਆ ਜਾਂਦਾ ਹੈ। ਤਨ ਊਬੀ ਗੁਣ ਸਾਰੀ, ਕਦੋਂ? ਜਦੋਂ ਤਨ ਊਬੀ ਮੈਨੇ ਉਤਸ਼ਾਹਤ ਹੋ ਕੇ ਗੁਣ ਸਾਰੀ, ਗੁਣਾਂ ਨੂੰ ਸੰਭਾਲਦੀ ਹੈ। ਜਦੋਂ ਜੀਵ ਇਸਤਰੀ ਰੱਬੀ ਗੁਣਾਂ ਨੂੰ ਸੰਭਾਲਦੀ, ਉਤਾਵਲੀ ਹੋ ਕੇ ਰੱਬ ਦੇ ਗੁਣਾਂ ਨੂੰ ਗਾਉਂਦੀ ਹੈ, ਰੱਬੀ ਗੁਣਾਂ ਨਾਲ ਸਾਂਝ ਪਾਉਂਦੀ ਹੈ, ਉਦੋਂ ਨੂੰ ਰੱਬ ਚੰਗਾ ਲੱਗਣ ਲੱਗ ਜਾਂਦਾ ਹੈ। ਰੱਬ ਦੇ ਗੁਣਾਂ ਨਾਲ ਸਾਂਝ ਪਾਈ, ਰੱਬ ਚੰਗਾ ਲੱਗਣ ਲੱਗ ਪਿਆ ਤੇ ਉਹ ਗੁਣਾਂ ਨੂੰ ਹਿਰਦੇ 'ਚ ਵਸਾਇਆ, ਰੱਬ ਹਿਰਦੇ 'ਚ ਆ ਕੇ ਵਸ ਗਿਆ। ਕਿਉਂਕਿ ਗੁਣਾਂ ਦਾ ਖਜ਼ਾਨਾ ਹੈ ਨਾ, ਉਹਨੂੰ ਅਸੀਂ ਗੁਣੀ ਨਿਧਾਨ ਕਹਿੰਦੇ ਆ। ਰੱਬ ਨੂੰ ਗੁਣੀ ਨਿਧਾਨ ਇਸ ਕਰਕੇ ਕਹਿੰਦੇ ਆ ਕਿਉਂਕਿ ਉਹ ਗੁਣਾਂ ਦਾ ਖਜ਼ਾਨਾ ਹੈ। ਇਸ ਕਰਕੇ ਹਰ ਮੰਦਰ ਆਵੇ ਉਦੋਂ ਹਰੀ ਹਿਰਦੇ 'ਚ ਆ ਕੇ ਟਿਕ ਜਾਂਦਾ ਹੈ। ਜਾਂ ਪ੍ਰਭ ਭਾਵੇ, ਜਦੋਂ ਜੀਵ ਨੂੰ ਪ੍ਰਭੂ ਚੰਗਾ ਲੱਗਦਾ ਹੈ। ਕਦੋਂ ਚੰਗਾ ਲੱਗਦਾ ਹੈ? ਧਨ ਊਬੀ ਗੁਣ ਸਾਰੀ, ਜਦੋਂ ਜੀਵ ਇਸਤਰੀ ਉਤਾਵਲੀ ਹੋ ਕੇ ਰੱਬੀ ਗੁਣਾਂ ਨੂੰ ਸੰਭਾਲ ਲੈਂਦੀ ਹੈ, ਉਦੋਂ ਰੱਬ ਚੰਗਾ ਲੱਗਣ ਲੱਗ ਜਾਂਦਾ ਹੈ। ਉਹ ਗੁਣਾਂ ਨੂੰ ਹਿਰਦੇ 'ਚ ਲਿਆਂਦੀ ਹੈ, ਰੱਬ ਹਿਰਦੇ 'ਚ ਆ ਕੇ ਵਸ ਜਾਂਦਾ ਹੈ, ਮੰਦਰ ਵਿੱਚ ਆ ਕੇ ਵਸ ਜਾਂਦਾ ਹੈ। ਮੰਦਰ ਹੈ ਸਾਡਾ ਸਰੀਰ, ਕਾਇਆ ਹਰਮੰਦਰ ਸਾਜੀ ਹੈ। ਇਹੀ ਹਰਮੰਦਰ, ਇਹਦੇ ਵਿੱਚ ਹਰੀ ਰਹਿੰਦਾ ਹੈ ਨਾ। ਭਾਵ ਉਹਦੇ ਸੋਚ ਮੰਡਲ ਵਿੱਚ ਰੱਬ ਵਸ ਜਾਂਦਾ ਹੈ, ਉਹਦੇ ਮਨ ਵਿੱਚ ਰੱਬ, ਉਹਦੇ ਮਨ ਦੀ ਸੋਚ ਉੱਚੀ ਹੋ ਜਾਂਦੀ ਹੈ, ਉਹਦੇ ਬਚਨ ਮਿੱਠੇ ਹੋ ਜਾਂਦੇ ਨੇ, ਉਹਦੇ ਕਰਮ, ਉਹਦੇ ਵਿਹਾਰ ਵਧੀਆ ਹੋ ਜਾਂਦੇ ਨੇ, ਮਨ ਬਚ ਕਰਮ 'ਚ ਇਕਸਾਰਤਾ ਆ ਜਾਂਦੀ ਹੈ। ਉਹਦੀਆਂ ਅੱਖਾਂ ਰੱਬ ਦੇਖਦੀਆਂ ਨੇ, ਉਹਦੇ ਕੰਨ ਰੱਬ ਦੀ ਆਵਾਜ਼ ਨੂੰ ਸੁਣਦੇ ਨੇ, ਉਹਦੀ ਜ਼ੁਬਾਨ ਰੱਬ ਦੀ ਸਿਫਤ ਬੋਲਦੀ ਹੈ, ਉਹਦੇ ਹੱਥ ਰੱਬ ਦੀ ਸੇਵਾ ਕਰਦੇ ਨੇ, ਉਹਦੇ ਪੈਰ ਰੱਬ ਵਾਲੇ ਪਾਸੇ ਜਾਂਦੇ ਨੇ, ਉਹਦੇ ਮਨ ਵਿੱਚ ਰੱਬ ਦੀ ਸੋਚ ਬਣੀ ਰਹਿੰਦੀ, ਰੱਬੀ ਗੁਣ ਬਣੇ ਰਹਿੰਦੇ ਨੇ। ਇਹ 6 ਚੀਜ਼ਾਂ 'ਚ ਰੱਬ ਆ ਜਾਂਦਾ ਹੈ। ਫਿਰ ਜੀਵ ਉਤਸ਼ਾਹਤ ਹੋ ਕੇ ਉਹਨਾਂ ਗੁਣਾਂ ਨੂੰ ਸੰਭਾਲਦਾ ਹੈ, ਅਮਲ ਵਿੱਚ ਲੈ ਕੇ ਆਉਂਦਾ ਹੈ। ਸਾਰੀ ਮੈਨੇ ਸੰਭਾਲਣਾ, ਗੁਣਾਂ ਨੂੰ ਸੰਭਾਲਣ ਦਾ ਮਤਲਬ ਗੁਣਾਂ ਨੂੰ ਅਮਲ ਵਿੱਚ ਲੈ ਕੇ ਆਉਣਾ। ਕਰ ਕਰ ਕੰਤ ਰਵੈ ਸੁਹਾਗਣ, ਹੋ ਕਿਉਂ ਕੰਤ ਵਿਸਾਰੀ। ਘਰ ਘਰ ਮੈਨੇ ਹਰੇਕ ਘਰ ਵਿੱਚ, ਹਰੇਕ ਹਿਰਦੇ ਦੇ ਵਿੱਚ। ਘਰ ਸ਼ਬਦ ਜਿਹੜਾ ਹੈ ਸਾਡੀ ਪੰਜਾਬੀ ਬੋਲ ਚਾਲ ਦੇ ਵਿੱਚ ਲਗਭਗ 14 ਕੁ ਅਰਥਾਂ ਦੇ ਵਿੱਚ ਆਇਆ ਹੈ। ਗੁਰਬਾਣੀ ਦੇ ਵਿੱਚ ਘਰ ਸ਼ਬਦ ਲਗਭਗ 9 ਅਰਥਾਂ ਦੇ ਵਿੱਚ ਆਇਆ ਹੈ। ਜਦੋਂ ਅਸੀਂ ਕਹਿੰਦੇ ਹਾਂ ਘਰ ਮੈਂ ਸੂਖ ਬਾਹਰ ਪੁਨ ਸੂਖਾ, ਉੱਥੇ ਘਰ ਦਾ ਮਤਲਬ ਹੈ ਰਹਿਣ ਵਾਲੇ ਮਕਾਨ, ਰਹਿਣ ਵਾਲੇ ਘਰ, ਰਹਿਣ ਵਾਲੇ ਮਕਾਨਾਂ ਵਿੱਚ ਵੀ ਸੁੱਖ, ਮਕਾਨਾਂ ਤੋਂ ਬਾਹਰ ਜਾਈਏ ਉੱਥੇ ਵੀ ਸੁੱਖ। ਉੱਥੇ ਘਰ ਦਾ ਮਤਲਬ ਰਹਿਣ ਵਾਲੇ ਮਕਾਨ। ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਦੂਜਾ ਅਰਥ ਘਰ ਮੈਂ ਹੈ ਪੰਚ ਵਰਤਦੇ, ਉੱਥੇ ਘਰ ਦਾ ਦੂਜਾ ਅਰਥ ਹੈ ਸਰੀਰ। ਸਰੀਰ ਘਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰ ਰਹਿੰਦੇ ਨੇ। ਘਰ ਮੈਂ ਪੰਚ ਵਰਤਦੇ। ਤੀਜਾ ਅਰਥ ਜਦੋਂ ਅਸੀਂ ਕਹਿੰਦੇ ਹਾਂ, ਜਿਵੇਂ ਅੱਜ ਦਾ ਸ਼ਬਦ ਹੈ ਘਰ ਘਰ ਕੰਤ ਰਵੈ ਸੁਹਾਗਣ, ਘਰ ਮੈਨੇ ਹਿਰਦਾ, ਹਰੇਕ ਹਿਰਦੇ ਵਿੱਚ। ਮਨ ਰੇ ਇੱਥੇ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਉੱਥੇ ਘਰ ਦਾ ਮਤਲਬ ਹਿਰਦਾ। ਘਰ ਮੈਂ ਘਰ ਦਿਖਾਏ ਦੇ ਹਿਰਦਾ। ਚੌਥਾ ਅਰਥ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਸੋ ਘਰ ਗੁਰ ਨਾਨਕ ਕੋ ਦੀਆ। ਉੱਥੇ ਘਰ ਦਾ ਮਤਲਬ ਹੈ ਰੁਤਬਾ, ਮਰਾਤਬਾ, ਪਦਵੀ। ਉਹ ਵਾਲਾ ਘਰ, ਉਹ ਵਾਲੀ ਪਦਵੀ ਗੁਰੂ ਨੇ ਨਾਨਕ ਨੂੰ ਦੇ ਦਿੱਤੀ। ਇਸ ਤੋਂ ਅਗਲਾ ਅਰਥ 6 ਘਰ 6 ਗੁਰ 6 ਉਪਦੇਸ਼। ਉੱਥੇ 6 ਘਰ ਮੈਨੇ 6 ਸ਼ਾਸਤਰ, 6 ਗੁਰ ਮੈਨੇ ਉਹਨਾਂ ਦੇ 6 ਲਿਖਾਰੀ, 6 ਉਪਦੇਸ਼ ਮੈਨੇ ਉਹਨਾਂ ਦੇ 6 ਵੱਖੋ ਵੱਖਰੀਆਂ ਵਿਚਾਰਧਾਰਾ। ਉੱਥੇ ਘਰ ਦਾ ਮਤਲਬ ਸ਼ਾਸਤਰ, 6 ਘਰ।
ਜਦੋਂ ਅਸੀਂ ਗੁਰਬਾਣੀ ਚ ਪਾਠ ਕਰਦੇ ਹਾਂ, ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਉੱਥੇ ਘਰ ਕਾ ਮਾਸ ਮੈਨੇ ਘਰ ਵਾਲੀ, ਪਤਨੀ, ਔਰਤ। ਉੱਥੇ ਘਰ ਦਾ ਮਤਲਬ ਘਰ ਵਾਲੀ ਹੋ ਗਿਆ। ਅਸੀਂ ਗੁਰਬਾਣੀ ਚ ਪਾਠ ਕਰਦੇ ਹਾਂ, 72 ਘਰ ਇੱਕ ਪੁਰਖ ਸਮਾਇਆ, ਹੁਣ ਦੀਆ ਨਾਮ ਲਿਖਾਈ। ਉੱਥੇ 72 ਘਰ ਦਾ ਮਤਲਬ ਸਰੀਰ ਦੇ ਪ੍ਰਧਾਨ 72 ਅੰਗ, 72,000 ਨਾੜੀਆਂ ਜਾਂ 72 ਪ੍ਰਧਾਨ ਅੰਗ ਸਰੀਰ ਦੇ। ਉੱਥੇ ਘਰ ਦਾ ਮਤਲਬ ਸਰੀਰ ਦੇ ਪ੍ਰਧਾਨ ਅੰਗ। ਜਿੱਥੇ ਅਸੀਂ ਗੁਰਬਾਣੀ ਚ ਪੜ੍ਹਦੇ ਹਾਂ, ਪ੍ਰਥਮੈ ਬ੍ਰਹਮਾ ਕਾਲੇ ਘਰ ਆਇਆ, ਉੱਥੇ ਘਰ ਦਾ ਮਤਲਬ ਡਰ, ਸਹਿਮ। ਬ੍ਰਹਮਾ ਵੀ ਮੌਤ ਦੇ ਡਰ ਵਿੱਚ ਆ ਗਿਆ, ਮੌਤ ਦੇ ਸਹਿਮ ਚ ਆ ਗਿਆ। ਫਿਰ ਘਰ ਸ਼ਬਦ ਜਿਹੜਾ ਹੈ ਉਹ ਆਮ ਤੌਰ ਤੇ ਸੰਗੀਤ ਦੀ ਦੁਨੀਆ ਦੇ ਵਿੱਚ ਸਰਗਮ ਪ੍ਰਸਤਾਰ ਵਾਸਤੇ ਵਰਤਿਆ ਜਾਂਦਾ ਹੈ। ਸਾਰੇ ਗਾਮਾ ਪਾਦਾ ਨੀ, ਸੱਤ ਸੁਰਾਂ, ਜਾਂ ਤਬਲੇ ਦੀ ਦੁਨੀਆ ਵਿੱਚ ਤਾਲ ਦੇ ਰੂਪ ਵਿੱਚ ਵੀ ਆ ਜਾਂਦਾ ਹੈ। ਇੱਕ ਘਰ ਸ਼ਬਦ ਹੋਰ ਵੀ ਹੈ ਜਿਹੜਾ ਅਸੀਂ ਪੜ੍ਹਦੇ ਹਾਂ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ। ਜਦੋਂ ਅਸੀਂ ਪੜ੍ਹਦੇ ਹਾਂ, ਉੱਥੇ ਘਰ ਦਾ ਅਰਥ ਵੱਖ-ਵੱਖ ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਦਿੱਤਾ ਹੋਇਆ ਹੈ। ਉੱਥੇ ਘਰ ਦਾ ਅਰਥ ਜਿਹੜਾ ਹੈ ਉਹ ਵੱਖੋ ਵੱਖਰੇ ਤਰੀਕੇ ਨਾਲ ਦਿੱਤਾ ਹੋਇਆ ਹੈ। ਉੱਥੇ ਘਰ ਦਾ ਮਤਲਬ ਤਾਲ। ਪ੍ਰਿੰਸੀਪਲ ਦਿਆਲ ਸਿੰਘ ਜੀ ਹੋਰਾਂ ਨੇ ਸਾਡੀ ਸਿੱਖ ਕੌਮ ਦੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਕਿਤਾਬਾਂ ਪਾਈਆਂ। ਉਹਨਾਂ ਦੇ ਵਿੱਚੋਂ ਇੱਕ ਜਿਹੜੀ ਉਹਨਾਂ ਦੀ ਕਿਤਾਬ ਹੈ ਗੁਰਮੁਖ ਸੰਗੀਤ ਸਾਗਰ ਦਾ ਚੌਥਾ ਭਾਗ ਹੈ, ਚੌਥਾ ਵੋਲੀਅਮ। ਉਹਦੇ ਵਿੱਚ ਉਹਨਾਂ ਨੇ ਘਰ ਦਾ ਅਰਥ ਦਿੱਤਾ ਹੈਗਾ ਤਾਲ। ਘਰ ਮੈਨੇ ਉਹਨਾਂ ਦਾ ਅਰਥ ਹੈ ਤਾਲ। ਤਾਲ ਦਾ ਮਤਲਬ ਤਾਲੀ ਤੋਂ ਬਣਿਆ ਇਹ ਸ਼ਬਦ ਹੈ, ਜਿੰਨੀਆਂ ਤਾਲੀਆਂ ਉਹੀ ਤਾਲ। ਤੇ ਉਹਨਾਂ ਨੇ ਜਦੋਂ ਗੁਰਬਾਣੀ ਵਿੱਚ ਦੇ ਘਰ ਸ਼ਬਦ ਦੀ ਵਿਆਖਿਆ ਕੀਤੀ ਤੇ ਉਦੋਂ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਕੀਰਤਨ ਗਾਇਆ ਜਾਵੇ ਤੇ ਸੰਗੀਤ ਦੀ ਦੁਨੀਆ ਦੇ ਵਿੱਚ ਕੀਰਤਨੀ ਨੂੰ ਹਦਾਇਤ ਹੈ ਕਿ ਤੂੰ ਇਸ ਘਰ ਵਿੱਚ ਤਾਲ ਵਜਾਣਾ ਹੈਗਾ, ਇਸ ਘਰ ਦੇ ਵਿੱਚ ਰਾਗ ਜਿਹੜਾ, ਇਸ ਰਾਗ ਦੇ ਵਿੱਚ ਤੂੰ ਸ਼ਬਦ ਗਾਣਾ ਹੈ। ਰਾਗ ਦੇ ਉੱਪਰ ਤਰਤੀਬ ਦਿੱਤੀ ਵੀ ਇਸ ਰਾਗ ਵਿੱਚ ਸ਼ਬਦ ਗਾਣਾ, ਉੱਪਰ ਰਾਗ ਦਾ ਜ਼ਿਕਰ ਹੈ। ਤੇ ਕੀਰਤਨੀ ਨੂੰ ਹਦਾਇਤ ਹੈ ਤੂੰ ਇਸ ਰਾਗ ਵਿੱਚ ਸ਼ਬਦ ਗਾਣਾ ਹੈ, ਪਰ ਤਬਲੇ ਵਾਲਾ ਆਪ ਮੁਹਾਰੇ ਤਾਲ ਨਾ ਵਜਾਣੀ ਸ਼ੁਰੂ ਕਰ ਦੇਵੇ। ਤਬਲੇ ਵਾਲੇ ਨੂੰ ਵੀ ਬਕਾਇਦਾ ਹਦਾਇਤ ਹੈ ਕਿ ਤੂੰ ਇਸ ਤਾਲ ਦੇ ਵਿੱਚ ਤਾਲ ਵਜਾਣਾ ਹੈ। ਉੱਥੇ ਉਹਨਾਂ ਨੇ ਅਰਥ ਦਿੱਤਾ ਕਿ ਇੱਕ ਤਾਲ ਜਿੱਥੇ ਆਉਂਦਾ ਹੈ, ਘਰ ਪਹਿਲਾ, ਘਰ ਪਹਿਲਾ ਦਾ ਭਾਵ ਉਹ ਤਾਲ ਵਜਾਓ ਜਿਹਦੇ ਵਿੱਚ ਇੱਕ ਤਾਲੀ ਹੋਵੇ। ਉਦਾਹਰਨ ਦੇ ਤੌਰ ਤੇ ਦਾਦਰਾ ਜਿਹਦੀਆਂ 6 ਮਾਤਰਾ ਨੇ, ਤਾਲੀ ਇੱਕੋ ਹੀ ਹੈ। ਘਰ ਦੂਜਾ ਮੈਨੇ ਉਹ ਤਾਲ ਵਜਾਓ ਜਿਹਦੇ ਵਿੱਚ 2 ਤਾਲੀਆਂ ਹੋਣ। ਹੁਣ ਉਹ ਤਾਲ ਹੈ ਰੂਪਕ, 7 ਮਾਤਰਾ ਨੇ, ਉਹਦੇ ਵਿੱਚ 2 ਤਾਲੀਆਂ ਨੇ। 3 ਤਾਲ, ਉਹ ਤਾਲ ਜਿਹਦੇ ਵਿੱਚ 3 ਤਾਲੀਆਂ ਹੋਣ, ਉਹ ਹੈ 3 ਤਾਲ, 16 ਮਾਤਰਾ ਨੇ, 3 ਤਾਲੀਆਂ ਨੇ। ਏਦਾਂ ਹੀ 4 ਤਾਲ, ਪੰਚਮ ਤਾਲ, ਖੱਟ ਤਾਲ, ਸ਼ਨੀ ਤਾਲ, ਰੁਦਰ ਤਾਲ। ਘਰ 17ਵਾਂ, ਉਹ ਤਾਲ ਜਿਹਦੇ ਵਿੱਚ 17 ਤਾਲੀਆਂ ਹੋਣ, ਉਹ ਹੈ ਚਰਚਰੀ ਤਾਲ, ਜਿਹਦੇ ਵਿੱਚ 40 ਮਾਤਰਾ ਨੇ, 17 ਤਾਲੀਆਂ ਨੇ। ਤਬਲੇ ਦੀ ਦੁਨੀਆ 'ਚ 17 ਹੀ ਤਾਲ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ 17 ਘਰਾਂ ਦਾ ਹੀ ਜ਼ਿਕਰ ਹੈ। ਘਰ 17ਵਾਂ ਤੱਕ ਆਇਆ ਹੈਗਾ ਤੇ ਉਹਨਾਂ ਨੇ ਘਰ ਸ਼ਬਦ ਦਾ ਅਰਥ ਦਿੱਤਾ ਹੈ ਤਾਲ। ਹਾਲਾਂਕਿ ਇਹਦੇ ਉੱਪਰ ਹੋਰ ਵੀ ਖੋਜ ਹੋਣ ਦੀ ਲੋੜ ਹੈ। ਘਰ ਸ਼ਬਦ ਇਹਨਾਂ ਅਰਥਾਂ ਵਿੱਚ ਆਇਆ ਹੈ, ਪਰ ਇੱਥੇ ਘਰ ਦਾ ਅਰਥ ਹੈ ਹਿਰਦਾ। ਘਰ ਘਰ ਕੰਤ ਰਵੈ ਸੁਹਾਗਣ, ਹੋਂ ਕਿਉਂ ਕੰਤ ਵਿਸਾਰੀ। ਘਰ ਘਰ ਮੈਨੇ ਹਰੇਕ ਹਿਰਦੇ ਦੇ ਵਿੱਚ ਜਿਹੜਾ ਸੁਹਾਗਣ, ਜਿਹੜੀ ਜੀਵ ਇਸਤਰੀ ਸੁਹਾਗਣ ਹੋ ਗਈ, ਉਹਦੇ ਘਰ ਵਿੱਚ ਆ ਕੇ ਪ੍ਰਭੂ ਵਸਦਾ ਨਜ਼ਰ ਆਉਂਦਾ ਹੈ। ਉਹਦੇ ਹਿਰਦੇ 'ਚ ਆ ਕੇ ਪ੍ਰਭੂ ਵਸ ਜਾਂਦਾ ਹੈ। ਸ਼ਰਤ ਇਹ ਵੀ ਹੋਵੇ ਸੁਹਾਗਣ, ਭਾਵ ਜਿਹੜਾ ਜੀਵ ਰੱਬੀ ਗੁਣਾਂ ਦੇ ਨਾਲ ਭਰ ਗਿਆ, ਉਹਦੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ, ਉਹ ਰੱਬ ਨੂੰ ਮਾਣਦਾ ਹੈ। ਉਹ ਸੁਹਾਗਣ ਪ੍ਰਭੂ ਪਤੀ ਨੂੰ ਮਾਣਦੀ ਹੈ ਜਿਸ ਸੁਹਾਗਣ ਨੇ ਰੱਬੀ ਗੁਣਾਂ ਨੂੰ ਜੀਵਨ ਵਿੱਚ ਲੈ ਆਂਦਾ। ਉਹਨਾਂ ਦੇ ਹਿਰਦਿਆਂ ਵਿੱਚ ਪ੍ਰਭੂ ਪਤੀ ਆ ਕੇ ਮਾਣਦਾ ਹੈ। ਹੋਵੇ ਸੁਹਾਗਣ, ਹੋਂ ਕਿਉਂ ਕੰਤ ਵਿਸਾਰੀ। ਪਰ ਮੈਨੂੰ ਪਤੀ ਨੇ ਕਿਉਂ ਭੁਲਾ ਦਿੱਤਾ, ਮੈਨੂੰ ਕਿਉਂ ਭੁਲਾ ਦਿੱਤਾ ਪਤੀ ਨੇ। ਹੁਣ ਪ੍ਰਭੂ ਭੁਲਾਉਂਦਾ ਨਹੀਂ ਕਿਸੇ ਨੂੰ, ਅਸੀਂ ਪ੍ਰਭੂ ਨੂੰ ਭੁਲਾਈ ਬੈਠੇ। ਪ੍ਰਭੂ ਥੋੜੇ ਭੁਲਾਉਂਦਾ ਵੈ। ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੈ, ਜਦੋਂ ਉਹ ਇਸ਼ਾਰਾ ਕਰਕੇ ਕਹਿੰਦੇ ਨੇ ਰੱਬ ਨੂੰ ਕਿ ਤਪ ਤਪ ਲੋਏ ਲੋਏ ਹਾਥ ਮਰੂਰੋਂ, ਬਾਵਲ ਹੋਈ ਸੋ ਸ਼ਹਿ ਲੋਰੋਂ, ਤੈਂ ਸ਼ਹਿ ਮਨ ਮੈਂ ਕੀਆ ਰੋਸ। ਜਦੋਂ ਕੁੰਗਲ ਰੱਬ ਵੱਲ ਕਰਕੇ ਕਹਿਣਾ ਵੀ ਤੂੰ ਮੇਰੇ ਪ੍ਰਤੀ ਮਨ 'ਚ ਨਾਰਾਜ਼ਗੀ ਕਰਕੇ ਬੈਠਾ ਹੋਇਆ, ਤੂੰ ਰੁੱਸ ਕੇ ਬੈਠਾ ਹੋਇਆ। ਉਦੋਂ ਧਿਆਨ ਗਿਆ, ਉਹ ਮਨਾ ਤੈਨੂੰ ਗੱਲਾਂ ਤੇ ਮੇਰੇ ਆਪਣੇ ਵੱਲ ਨੇ। ਮੁਝ ਅਵਗਣ ਸ਼ਹਿ ਨਾਹੀ ਦੋਸ਼, ਅਵਗਣ ਤੇ ਮੇਰੇ 'ਚ ਨੇ,
ਪਤੀ 'ਚ ਤਾਂ ਦੋਸ਼ ਹੀ ਕੋਈ ਨਹੀਂ। ਜਦੋਂ ਇਹ ਗਿਆ ਵੀ ਜਿਹੜੀ ਸੁਹਾਗਣਾ ਨੇ ਉਹ ਤੇ ਪਤੀ ਨੂੰ ਮਾਣ ਰਹੀਆਂ ਨੇ, ਜਿਨ੍ਹਾਂ ਨੇ ਸੱਚ, ਸੰਤੋਖ, ਦਇਆ, ਧਰਮ, ਧੀਰਜ, ਰੱਬੀ ਗੁਣਾਂ ਨੂੰ ਧਾਰਨ ਕਰ ਲਿਆ, ਉਹ ਤੇ ਆਪਣੇ ਹਿਰਦੇ 'ਚ ਪ੍ਰਭੂ ਨੂੰ ਮਾਣ ਰਹੇ ਨੇ। ਹੋਂ ਕਿਉਂ ਕੰਤ ਵਿਸਾਰੀ, ਮੈਨੂੰ ਰੱਬ ਨੇ ਕਿਉਂ ਭੁਲਾ ਦਿੱਤਾ? ਤੇ ਗੁਰੂ ਜੀ ਆਖਦੇ ਨਹੀਂ, ਰੱਬ ਨੇ ਨਹੀਂ ਭੁਲਾਇਆ। ਉਨਵ ਘਨ ਛਾਏ ਬਰਸ ਸੁਹਾਏ, ਉਨਵ ਮੈਨੇ ਨਿਵ ਨਿਵ ਕੇ ਇਹ ਗੁਣ ਆ ਕੇ ਵਰਖਾ ਕਰ ਹੀ ਰਹੇ ਨੇ। ਇਹ ਜਿਹੜੇ ਗੁਣ ਨੇ ਨਿਵ ਨਿਵ ਕੇ ਵਰਖਾ ਕਰ ਰਹੇ ਨੇ, ਰੱਬੀ ਗੁਣਾਂ ਦੀ ਵਰਖਾ ਤੇ ਹੋ ਰਹੀ ਹੈ। ਰੱਬ ਨੇ ਨਹੀਂ ਭੁਲਾਇਆ, ਤੂੰ ਰੱਬ ਨੂੰ ਭੁਲਾਈ ਬੈਠਾ ਹੈ। ਦੇਖੋ, ਪਤੀ ਜ਼ਿੰਦਗੀ 'ਚ ਸਾਥ ਛੱਡ ਜਾਏ ਨਾ ਤੇ ਪਤਨੀ ਮਰਦੀ ਨਹੀਂ ਹੈ, ਉਹ ਜ਼ਿੰਦਗੀ ਕੱਟ ਲੈਂਦੀ ਹੈ। ਪਤਨੀ ਸਾਥ ਛੱਡ ਜਾਏ, ਪਤੀ ਮਰਦਾ ਥੋੜੇ, ਜ਼ਿੰਦਗੀ ਕੱਟ ਜਾਂਦਾ ਹੈ। ਜੀਵਨ ਸਾਥੀ ਸਾਥ ਛੱਡ ਜਾਏ ਤੇ ਦੂਜਾ ਜ਼ਿੰਦਗੀ ਕੱਟ ਲੈਂਦਾ ਹੈ। ਮਾਪਿਓ ਸਾਥ ਛੱਡ ਜਾਣ, ਬੱਚੇ ਰੁਲ ਖਿਲ ਕੇ ਪਲ ਜਾਂਦੇ ਨੇ। ਬੱਚੇ ਸਾਥ ਛੱਡ ਜਾਣ, ਬਜ਼ੁਰਗ ਮਾਤਾ ਪਿਤਾ ਉਹ ਵੀ ਬੁਢਾਪੇ ਨੂੰ ਔਖਾ ਸੌਖਾ ਕੱਟ ਲੈਂਦੇ ਨੇ। ਦੁਨੀਆ 'ਚ ਕੋਈ ਵੀ ਆਪਣਾ ਪਿਆਰਾ ਸਾਥੀ ਸਾਥ ਛੱਡ ਜਾਏ, ਜ਼ਿੰਦਗੀ ਰੁਕਦੀ ਨਹੀਂ ਹੈ, ਚਲਦੀ ਰਹਿੰਦੀ ਹੈ। ਪਰ ਗੁਰੂ ਜੀ ਆਖਦੇ, ਯਾਦ ਰੱਖੀ, ਜਿੱਦਣ ਰੱਬ ਤੇਰਾ ਸਾਥ ਛੱਡ ਗਿਆ ਨਾ, ਤੂੰ ਇੱਕ ਪਲ ਵੀ ਨਹੀਂ ਜੀ ਸਕਦਾ। ਜਿੱਦਣ ਪ੍ਰਭੂ ਨੇ ਤੇਰਾ ਸਾਥ ਛੱਡ ਦਿੱਤਾ, ਇੱਕ ਘੜੀ, ਇੱਕ ਪਲ ਵੀ ਜਿਉਣ ਜੋਗਾ ਨਹੀਂ ਰਹੇਗਾ। ਨਾਨਕ ਜਿਸ ਬਿਨ ਘੜੀ ਨਾ ਵਿਸਰੈ, ਜਿਹਦੇ ਤੋਂ ਬਿਨਾ ਇੱਕ ਘੜੀ ਵੀ ਸਰਦਾ ਨਹੀਂ ਹੈ। ਵਿਸਰੈ ਸਰੇ ਨਾ ਬਿਨ, ਨਾਨਕ ਜਿਸ ਪ੍ਰਭੂ ਤੋਂ ਬਿਨਾ ਇੱਕ ਘੜੀ, ਇੱਕ ਪਲ ਵੀ ਜ਼ਿੰਦਗੀ ਜਿਉ ਵੀ ਨਹੀਂ ਜਾ ਸਕਦੀ। ਇਸ ਕਰਕੇ ਤੂੰ ਉਸ ਪ੍ਰਭੂ ਨੂੰ ਕਿਉਂ ਭੁੱਲ ਕੇ ਬਹਿ ਜਾਂਦਾ ਹੈ? ਉਸ ਪ੍ਰਭੂ ਨਾਲੋਂ ਕਿਉਂ? ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੇ ਨਾ ਬਿੰਦ, ਤਿਸ ਸਿਉ ਕਿਉਂ ਮਨ ਰੂਸੀ ਹੈ, ਜਿਸੇ ਹਮਾਰੀ ਚਿੰਨ। ਤੂੰ ਉਹਦੇ ਨਾਲੋਂ ਕਿਉਂ ਰੁੱਸ ਕੇ ਬੈਠਾ ਹੈ? ਉਹਨੇ ਨਹੀਂ ਤੈਨੂੰ ਵਿਸਾਰਿਆ। ਜਿੱਦਣ ਉਹਨੇ ਵਿਸਾਰ ਦਿੱਤਾ, ਤੂੰ ਜੂਣ ਜੂਗਾ ਨਹੀਂ ਰਹੇਗਾ। ਬਾਬਾ ਫਰੀਦ ਜੀ ਨੇ ਵੀ ਬਚਨ ਕੀਤਾ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ, ਜਿਵੰਦੜੋਂ ਮੋਏ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਜੇ ਤੂੰ ਰੱਬ ਨੂੰ ਭੁਲਾਇਆ, ਯਾਦ ਰੱਖ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਜਿੱਦਣ ਰੱਬ ਨੇ ਤੈਨੂੰ ਭੁਲਾ ਦਿੱਤਾ, ਤੂੰ ਜੂਣ ਜੂਗਾ ਨਹੀਂ ਰਹੇਗਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੇ ਨਾ ਬਿੰਦ। ਮੈਂ ਕਹਿੰਦਾ, ਮੈਨੂੰ ਪ੍ਰਭੂ ਨੇ ਕਿਉਂ ਭੁਲਾ ਦਿੱਤਾ? ਗੁਰੂ ਜੀ ਕਹਿੰਦੇ, ਭੁਲਾਇਆ ਨਹੀਂ, ਉਨਵ ਘਨ ਆਏ, ਰੱਬੀ ਗੁਣ ਤੇ ਨੀਵੇਂ ਨੀਵੇਂ ਹੋ ਕੇ ਵਰਖਾ ਕਰ ਰਹੇ ਨੇ। ਉਨਵ ਘਨ ਛਾਏ, ਗੁਣਾਂ ਦੇ ਬੱਦਲ ਛਾਏ ਪਏ ਨੇ, ਨੀਵੇਂ ਨੀਵੇਂ ਹੋ ਕੇ ਉੱਤੇ ਗੁਣਾਂ ਦੀ ਵਰਖਾ ਕਰ ਹੀ ਰਹੇ ਨੇ। ਸਾਰੇ ਸੰਸਾਰ ਵਿੱਚ ਸੱਚ ਵਰਤ ਹੀ ਰਿਹਾ ਹੈ, ਸੰਤੋਖ ਫੈਲਿਆ ਹੋਇਆ ਹੈ, ਪ੍ਰੇਮ, ਨਿਮਰਤਾ, ਗੁਣ ਫੈਲੇ ਹੋਏ ਨੇ, ਹਿਰਦੇ 'ਚ ਟਿਕੇ ਹੋਏ ਨੇ। ਹਰ ਮਨੁੱਖ ਦੇ ਜੀਵਨ ਦੇ ਅੰਦਰ ਇਹ ਗੁਣ ਹਨ, ਪਰ ਮਨੁੱਖ ਇਹਨਾਂ ਨੂੰ ਪ੍ਰਗਟ ਨਹੀਂ ਕਰ ਰਿਹਾ ਹੈ, ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰ ਰਿਹਾ। ਗੁਣ ਤੇ ਸਾਰੇ ਪਾਸੇ ਨੇ, ਚਾਰੋਂ ਤਰਫ ਗੁਣ ਬਿਖਰੇ ਪਏ ਨੇ, ਪਰ ਬੰਦਾ ਹੀ ਅੰਨਾ ਹੈ, ਉਹਨੂੰ ਦਿਸਦੇ ਨਹੀਂ। ਕਬੀਰ ਮਾਰਗ ਮੋਤੀ ਬਿਖਰੇ, ਅੰਧਾ ਨਿਕਸਿਓ ਜਾਏ। ਰਸਤੇ 'ਚ ਮੋਤੀ ਬਿਖਰੇ ਪਏ ਨੇ, ਪਰ ਲੰਘਣ ਵਾਲਾ ਅੰਨਾ ਬਣ ਕੇ ਤੁਰ ਰਿਹਾ ਹੈ। ਅੱਖਾਂ ਉਹਨੇ ਬੰਦ ਕੀਤੀਆਂ ਹੋਈਆਂ, ਅੰਨਾ ਹੀ ਹੋ ਗਿਆ ਗਿਆਨਤਾ ਦੇ ਵਿੱਚ। ਮਾਰਗ ਮੋਤੀ ਬਿਖਰੇ, ਅੰਧਾ ਨਿਕਸਿਓ ਜਾਏ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਆਏ। ਜਗਦੀਸ਼ ਦੀ ਜੋਤ ਤੋਂ ਬਿਨਾ, ਉਹਦੀ ਜੋਤ ਕਿਹੜੀ ਹੈ? ਜਗਦੀਸ਼ ਦੀ ਦਿੱਤੀ ਅਕਲ ਤੋਂ ਬਿਨਾ, ਉਹਦੇ ਦਿਮਾਗ ਦੀ ਵਰਤੋਂ ਕੀਤੇ ਬਿਨਾ, ਜਗਦੀਸ਼ ਦੇ ਦਿੱਤੇ ਗਿਆਨ ਤੋਂ ਬਿਨਾ ਜਗਤ ਟੱਪਦਾ ਚਲਾ ਜਾ ਰਿਹਾ ਹੈ। ਉਹਦੇ ਰੱਬੀ ਗੁਣਾਂ ਦੀ, ਗਿਆਨ ਦੀ ਵਰਤੋਂ ਨਹੀਂ ਕਰ ਰਿਹਾ, ਅਕਲ ਦੀ ਵਰਤੋਂ ਨਹੀਂ ਕਰ ਰਿਹਾ। ਊਨਮ ਘਨ ਛਾਏ, ਬੱਦਲ ਤੇ ਨੀਵੇਂ ਨੇ ਹੋ ਕੇ ਛਾਏ ਪਏ ਨੇ, ਵਰਖਾ ਕਰ ਹੀ ਰਹੇ ਨੇ, ਪਰ ਮਨੁੱਖ ਜਿਹੜਾ ਭੁੱਲ ਜਾਂਦਾ ਹੈ। ਊਨਮ ਘਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੇ। ਹੁਣ ਇੱਥੇ ਫਿਰ ਸੰਬੋਧਨ ਕੀਤਾ ਕਿ ਨੀਵੇਂ ਹੋ ਕੇ ਬੱਦਲ ਛਾਏ ਹੋਏ ਨੇ, ਵਰਖਾ ਕਰ ਰਹੇ ਨੇ, ਪਰ ਇੱਥੇ ਕਹਿ ਦਿੱਤਾ ਬਰਸ ਸੁਭਾਏ, ਹੇ ਬੱਦਲ ਵਰਖਾ ਕਰੋ, ਪ੍ਰੇਮ ਦੇ ਵਿੱਚ ਵਰਖਾ ਕਰੋ। ਮਨ ਤਨ ਪ੍ਰੇਮ ਸੁਖਾਵੇ, ਮੇਰੇ ਮਨ ਵਿੱਚ ਵੀ, ਮੇਰੇ ਤਨ ਵਿੱਚ ਵੀ ਇਹ ਗੁਣਾਂ ਦੀ ਵਰਖਾ ਹੋ ਜਾਏ, ਪ੍ਰੇਮ ਸੁਖ ਦੇਣ ਲੱਗ ਜਾਂਦਾ ਹੈ। ਜਦੋਂ ਇਹ ਗੁਣ ਮੇਰੇ ਅੰਦਰ ਆਉਂਦੇ ਨੇ, ਮੇਰੇ ਮਨ ਵਿੱਚ, ਮੇਰੇ ਤਨ ਦੇ ਵਿੱਚ ਪ੍ਰੇਮ ਸੁਖ ਦੇਣ ਲੱਗ ਜਾਂਦਾ ਹੈ। ਮਨ ਤਨ ਪ੍ਰੇਮ ਸੁਖਾਵੇ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਰੱਬੀ ਪ੍ਰੇਮ ਪ੍ਰਗਟ ਹੋ ਜਾਂਦਾ ਹੈ। ਨਾਨਕ ਵਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਘਰ ਆਵੇ। हे ਨਾਨਕ, ਵਰਸੈ ਮੈਨੇ ਵਰਖਾ ਹੁੰਦੀ ਹੈ, ਕਿਸ ਚੀਜ਼ ਦੀ? ਅੰਮ੍ਰਿਤ ਬਾਣੀ, ਆਤਮਿਕ ਜ਼ਿੰਦਗੀ ਦੇਣ ਵਾਲੀ ਦੀ ਵਰਖਾ ਹੋਣ ਲੱਗ ਜਾਂਦੀ ਹੈ। ਆਤਮਿਕ ਜ਼ਿੰਦਗੀ ਦੇਣ ਵਾਲੀ ਜਿਹੜੀ ਬਾਣੀ ਹੈ, ਉਹਦੀ ਵਰਖਾ ਹੋਣ ਲੱਗ ਜਾਂਦੀ ਹੈ। ਜਦੋਂ ਵਰਖਾ ਹੁੰਦੀ ਹੈ, ਉਦੋਂ ਕੀ ਹੁੰਦਾ ਹੈ? ਕਰ ਕਿਰਪਾ ਘਰ ਆਵੇ,
प्रभु आप कृपा करके हिरदे घर विच आ टिकदा है। जदों रब्बी गुणां दी सिफत सलाह दी बाणी दी वर्खा हुंदी है, इस वर्खा च मैं भिज जांदा हां। बस यही कृपा है जिस कृपा सदका मेरा प्रभु दे नाल प्यार बन जाता है, प्रभु नाल सांझ बन जाती है। मेरे हिरदे विच प्रभु जी आके टिक जाते हैं। होइयां बेअंत भुलां खिमा करनियां जी, इन्नियां ही बेनतियां प्रवान। फतेह बुलाओ जी। वाहिगुरू जी का खालसा, वाहिगुरू जी की फतेह।